ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਉਗੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਕਰਨ ਕਰਾਵਨ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ। ਸਗਲੇ ਜੀ ਕੀਏ ਦਇਆਲਾ, ਸੋ ਪ੍ਰਭ ਅੰਤਰ ਜਾਮੀ। ਕਰਨ ਕਰਾਵਨ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ। ਸਗਲੇ ਜੀ ਕੀਏ ਦਇਆਲਾ, ਸੋ ਪ੍ਰਭ ਅੰਤਰ ਜਾਮੀ। ਮੇਰਾ ਗੁਰ ਹੋਆ ਆਪ ਸਹਾਈ, ਸੂਖ ਸਹਿਜ ਆਨੰਦ ਮੰਗਲ ਰਸ। ਅਚਰਜ ਭਈ ਬਡਾਈ, ਰਹਾਉ ਗੁਰ ਕੀ ਸਰਣ ਭਏ ਪੈ ਨਾਸੇ। ਸਾਚੀ ਦਰਗਹਿ ਮਾਨੈ, ਗੁਣ ਗਾਵਤ ਆਰਾਧ ਨਾਮ ਹਰ। ਆਏ ਆਪਣੇ ਥਾਨੈ, ਜੈ ਜੈਕਾਰ ਕਰੇ ਸਭ ਉਸਤਤ। ਸੰਗਤ ਸਾਧ ਪਿਆਰੀ, ਸਾਧ ਬਲਿਹਾਰ ਜਾਓ ਪ੍ਰਭ ਆਪਣੇ। ਜਿਨ ਪੂਰਨ ਪੈਜ ਸਵਾਰੀ, ਗੋਸਟ ਗਿਆਨ ਨਾਮ ਸੁਣ ਉਦਰੈ। ਜਿਨ ਜਿਨ ਦਰਸ਼ਨ ਪਾਇਆ, ਭਇਓ ਕਿਰਪਾਲ ਨਾਨਕ ਪ੍ਰਭ ਆਪਣਾ। ਆਨੰਦ ਸੇਤੀ ਕਰ ਆਇਆ, ਗੋਸਟ ਗਿਆਨ ਨਾਮ ਸੁਣ ਉਦਰੈ। ਜਿਨ ਜਿਨ ਦਰਸ਼ਨ ਪਾਇਆ, ਭਇਓ ਕਿਰਪਾਲ ਨਾਨਕ ਪ੍ਰਭ ਆਪਣਾ। ਆਨੰਦ ਸੇਤੀ ਕਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਨਾ ਨਿਧਾਨ, ਦੇਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਸੰਗਤ ਰੂਪ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਲੰਬੇ ਸਮੇਂ ਤੋਂ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ
ਹੋਤੀ ਮਰਦਾਨ ਵਾਲੇ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਜੋ ਇਹਨਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਅਵਤਾਰ ਗੁਰਪੁਰਬ ਹੈ। ਇਹ ਪਾਕਿਸਤਾਨ ਵਿੱਚ ਜੋ ਫਰੰਟੀਅਰ ਦੇ ਇਲਾਕੇ 'ਚ ਹੋਤੀ ਮਰਦਾਨ ਅਸਥਾਨ ਸੀ, ਉੱਥੇ ਮਹਾਂਪੁਰਖ ਆਪਣੀ ਤਪੋ ਭੂਮੀ ਵਿਖੇ ਇਸ ਗੁਰਪੁਰਬ ਨੂੰ ਮਨਾਉਂਦੇ ਰਹੇ ਔਰ ਉਹਨਾਂ ਦੇ ਉੱਤਰਾਧਿਕਾਰੀ ਮਹਾਂਪੁਰਖਾਂ ਨੇ ਵੀ ਉਹੀ ਪਰੰਪਰਾ ਜਾਰੀ ਰੱਖੀ। ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਔਰ ਬਾਬਾ ਰਾਮ ਸਿੰਘ ਜੀ ਔਰ ਸੰਤ ਬਾਬਾ ਮਾਝਾ ਸਿੰਘ ਜੀ ਪਾਕਿਸਤਾਨ ਬਣਨ ਤੋਂ ਬਾਅਦ ਇਸ ਸਥਾਨ 'ਤੇ ਵੀ ਉਹਨਾਂ ਨੇ ਇਹ ਜੋ ਗੁਰਪੁਰਬ ਸੀ ਮਨਾਉਣੇ ਦੀ ਜੋ ਇਹ ਪਰੰਪਰਾ ਸੀ ਉਸ ਨੂੰ ਲਾਗੂ ਰੱਖਿਆ। ਅੱਜ ਜੋ ਮੌਜੂਦਾ ਸਮੇਂ ਸ਼੍ਰੀਮਾਨ ਸੰਤ ਬਾਬਾ ਰੋਸ਼ਨ ਸਿੰਘ ਜੀ, ਉਹਨਾਂ ਮਹਾਂਪੁਰਖਾਂ ਨੇ ਵੀ ਇਸੇ ਤਰ੍ਹਾਂ ਜਿਵੇਂ ਪਹਿਲੇ ਵੱਡੇ ਮਹਾਂਪੁਰਖ ਇਹ ਗੁਰਪੁਰਬ ਮਨਾਉਂਦੇ ਆਏ ਹਨ, ਮਨਾਇਆ ਜਾ ਰਿਹਾ ਹੈ। ਮਹਾਂਪੁਰਖ ਭਾਵੇਂ ਇਸ ਵੇਲੇ ਇੰਗਲੈਂਡ ਵਿੱਚ ਹਨ, ਇਹ ਸਾਰਾ ਪ੍ਰੋਗਰਾਮ ਉਹਨਾਂ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ, ਕਿਉਂਕਿ ਸਿਹਤ ਦੇ ਕਾਰਨ ਇਲਾਜ ਵਾਸਤੇ ਸੰਗਤਾਂ ਦੀ ਪ੍ਰੇਰਨਾ ਤੋਂ ਮਹਾਂਪੁਰਖ ਇੰਗਲੈਂਡ ਗਏ ਸਨ ਔਰ ਉੱਥੇ ਦੇ ਡਾਕਟਰਾਂ ਨੇ ਇਜਾਜ਼ਤ ਨਹੀਂ ਦਿੱਤੀ ਕਿ ਆਪ ਜੀ ਨੂੰ ਕਾਫੀ ਸਰੀਰ ਬਿਰਧ ਹੈ ਅਤੇ ਰੈਸਟ ਦੀ ਲੋੜ ਹੈ। ਇਸ ਚੀਜ਼ ਨੂੰ ਮੁੱਖ ਰੱਖ ਕੇ ਆਪ ਨਹੀਂ ਆ ਸਕੇ, ਪਰ ਹੁਣ ਵੀ ਜਿੰਨਾ ਸਮਾਗਮ ਹੋ ਰਿਹਾ ਉਹਨਾਂ ਦੀ ਦੇਖ ਰੇਖ ਵਿੱਚ ਹੀ, ਉਹਨਾਂ ਦੀ ਆਗਿਆ ਨਾਲ ਹੀ ਹੋ ਰਿਹਾ ਹੈ। ਦਾਸ ਵੀ ਉੱਥੇ ਗਏ ਹੋਏ ਸੀ ਅਤੇ ਮਹਾਂਪੁਰਖਾਂ ਦਾ ਅਚੇਚਾ ਫੋਨ ਆਇਆ ਕਿ ਅਸੀਂ ਮਿਲਣ ਵਾਸਤੇ ਆਈਏ ਜਾਂ ਮੇਰੇ ਵਾਸਤੇ। ਮੈਂ ਕਿਹਾ ਆਪ ਇੱਥੇ ਹੀ ਸਜੋ। ਫਿਰ ਉਦਮ ਕਰਕੇ ਸੰਗਤਾਂ ਨਾਲ ਗਏ ਅਤੇ ਮਹਾਂਪੁਰਖਾਂ ਦੇ ਨਾਲ ਸਾਰੀ ਵਿਚਾਰ ਹੋਈ ਕਿ ਜੋ ਇਹ ਗੁਰਪੁਰਬ ਆ, ਇਹਦੀ ਪੂਰੀ ਨਜ਼ਰਸਾਨੀ ਕਰਿਓ। ਭਾਵੇਂ ਸਾਡੇ ਸੇਵਾਦਾਰ ਆਪੋ ਆਪਣੀਆਂ ਡਿਊਟੀਆਂ ਜੋ ਡਿਊਟੀਆਂ ਉਹਨੇ ਲਾਈਆਂ ਉਹ ਪਹਿਰਾ ਦੇ ਰਹੇ ਆ, ਔਰ ਫਿਰ ਵੀ ਸਿਆਣੇ ਪੁਰਸ਼ਾਂ ਦਾ ਹੱਥ ਹੋਣਾ, ਦੇਖ ਰੇਖ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ। ਸੋ ਇਸ ਵਾਸਤੇ ਇਹ ਮਹਾਂਪੁਰਖਾਂ ਨੇ ਬਚਨ ਕੀਤਾ ਸੀ। ਸੋ ਭਾਈ ਤਰਲੋਕ ਸਿੰਘ, ਭਾਈ ਮਹਿੰਦਰ ਸਿੰਘ ਔਰ ਭਾਈ ਸਰਜੀਤ ਸਿੰਘ ਔਰ ਇਸੇ ਤਰ੍ਹਾਂ ਭਾਈ ਫੁੰਮਣ ਸਿੰਘ, ਚਮਕੌਰ ਸਿੰਘ, ਜਿੰਨੇ ਵੀ ਸੇਵਾਦਾਰ, ਨਗਰ ਪੰਚਾਇਤਾਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਔਰ ਡੇਰੇ ਨਾਲ ਜੁੜੀ ਹੋਈ ਜਿੰਨੀ ਵੀ ਸੰਗਤ ਹੈ, ਮਾਈ ਭਾਈ, ਜਿਸ ਤਰ੍ਹਾਂ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਆਪ ਜੀ ਸਾਰੀਆਂ ਸੇਵਾ ਨਿਭਾਉਂਦੇ ਰਹੇ ਹੋ, ਉਸੇ ਤਰ੍ਹਾਂ ਇਹ ਸਾਰੀ ਸੇਵਾ ਆਪ ਨਿਭਾਉਣ ਦਾ ਯਤਨ ਕਰ ਰਹੇ ਹੋ। ਸੋ ਭਾਈ ਫੁੰਮਣ ਸਿੰਘ ਕਾਫੀ ਸਮਝਾਈਦਾ ਇਹਨੂੰ, ਫਿਰ ਵੀ ਕਈ ਵਾਰੀ ਉਹ ਗੱਲ ਕੱਚੀ ਰਹਿ ਜਾਂਦੀ ਹੈ। ਅਖਾੜੇ ਨੂੰ ਸਾਂਭਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਸੰਗਤ ਨੂੰ ਦੱਸਿਆ ਜਾਏ ਕਿ ਸਾਡਾ ਪ੍ਰੋਗਰਾਮ ਇੰਨੇ ਵਜੇ ਤੱਕ ਚੱਲਣਾ ਔਰ ਫਲਾਣੇ ਫਲਾਣੇ ਰਾਗੀ ਸਿੰਘ ਜਾਂ ਕੋਈ ਮਹਾਂਪੁਰਖ ਆ, ਇਹ ਸਟੇਜ ਇੰਨੇ ਵਜੇ ਤੱਕ ਚੱਲਣੀ ਆ, ਉਹ ਤੋਂ ਬਾਅਦ ਇਹ ਸੰਪੂਰਨਤਾ ਹੋਏਗੀ। ਇਹ ਫਿਰ ਕੁਤਾਹੀ ਰਹਿ ਜਾਂਦੀ ਹੈ, ਜਿਹਦੇ ਕਾਰਨ
ਸੰਗਤਾਂ ਨੂੰ ਪਤਾ ਨਹੀਂ ਲੱਗ ਸਕਿਆ ਤੇ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਉੱਠ ਕੇ ਚਲੇ ਗਈ ਹੈ। ਪਰ ਜਿੰਨੇ ਕੁ ਬੈਠੇ ਆ, ਜੇ ਤਾਂ ਤੁਸੀਂ ਉੱਠ ਕੇ ਜਾਣਾ ਤੇ ਪਹਿਲਾਂ ਹੀ ਚੱਲ ਜਾਇਓ, ਤੇ ਜੇ ਗੁਰੂ ਨਾਨਕ ਪਾਤਸ਼ਾਹ ਦੀ ਕਥਾ ਵਾਰਤਾ ਸੁਣਨੀ ਆ ਫਿਰ ਬੈਠੇ ਰਹੋ, ਵਿੱਚ ਨਾ ਖੇਚਲ ਕਰਿਓ। ਤੇ ਜਿਹੜੇ ਬਾਹਰ ਘੁੰਮਦੇ ਆ ਉਹ ਵੀ ਆ ਜਾਓ। ਜਿਹਦਾ ਗੁਰਪੁਰਬ ਮਨਾਇਆ ਜਾ ਰਿਹਾ ਉਹਦੇ ਬਾਰੇ ਤਾਂ ਕੋਈ ਗੱਲ ਹਾਲੇ ਤਾਈਂ ਹੋਈ ਨਹੀਂ। ਹੁਣ ਬਚਨ ਕਰਨੇ ਆ ਜਿਨ੍ਹਾਂ ਦਾ ਗੁਰਪੁਰਬ ਮਨਾਇਆ ਜਾ ਰਿਹਾ, ਕਿਉਂਕਿ ਪੰਜਾਬੀ ਦੀ ਕਹਾਵਤ ਹੈ, ਜਿਹਦਾ ਵਿਆਹ ਹੋਵੇ ਉਹਦਾ ਰਾਗ ਹੋਣਾ ਚਾਹੀਦਾ, ਤੇ ਜਿਹੜੇ ਸ਼ਬਦ ਆ ਉਹ ਉਹਦੇ ਮੁਤਾਬਕ ਹੁੰਦੇ ਆ। ਇਸ ਵਾਸਤੇ ਜਿੰਨੀਆਂ ਸੰਗਤਾਂ ਹੈ ਤਾਂ ਹਾਲੇ ਡੇਰੇ 'ਚ ਹੀ ਬਾਹਰ ਘੁੰਮ ਘੁਮਾ ਰਹੀਆਂ, ਤੇ ਆ ਕੇ ਸਾਰੇ ਬੈਠ ਜਾਓ। ਆਪਾਂ ਭਾਈ ਤਾਰੂ ਸਿੰਘ ਸਾਹਿਬ ਦਾ ਬਚਨ ਕਰਦੇ ਰਹਿੰਦੇ ਹਾਂ ਕਿ 21 ਦਿਨ ਖੋਪਰੀ ਲਹਾ ਕੇ ਉਹ ਚੌਂਕੜਾ ਮਾਰ ਕੇ ਸ੍ਰੀ ਜਪਜੀ ਸਾਹਿਬ ਪੜ੍ਹਦੇ ਹੋਏ ਬੈਠੇ ਰਹੇ। 21 ਨਾ 24 ਨਾ ਜਰਬ ਦੇ ਦਿਓ, 504 ਘੰਟੇ ਬਣ ਜਾਂਦੇ ਆ। ਖੋਪਰੀ ਲੈਣ ਤੋਂ ਬਾਅਦ 504 ਘੰਟੇ ਚੌਂਕੜਾ ਨਹੀਂ ਖੋਲ੍ਹਿਆ। ਇਹ ਤਾਂ ਹੈਗਾ ਸਿੱਖ ਦਾ ਇਤਿਹਾਸ, ਸਿੰਘ ਦਾ। ਤੇ ਹੁਣ ਆਪਣਾ ਦੇਖ ਲਓ ਕਿਵੇਂ ਹੈ। ਇਹ ਬੈਠਣਾ ਬਹੁਤ ਔਖਾ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਸਾਰਾ ਪ੍ਰੋਗਰਾਮ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਆਵਾਜ਼ੇ ਕੌਮ ਇਹ ਚੈਨਲ ਤੋਂ ਲਾਈਵ 'ਤੇ ਸਾਰਾ ਜਾ ਰਿਹਾ। ਅਤੇ ਮਹਾਂਪੁਰਖਾਂ ਨਾਲ ਜਦੋਂ ਆ ਕੇ ਫੋਨ 'ਤੇ ਬਚਨ ਕੀਤਾ, ਕਹਿੰਦੇ ਹਾਲੇ ਸਾਡੇ ਪ੍ਰੋਗਰਾਮ ਆ ਨਹੀਂ ਰਿਹਾ। ਉਸੇ ਵੇਲੇ ਫਿਰ ਸਾਰਾ ਉੱਧਰ ਵੀ ਚਾਲੂ ਕੀਤਾ, ਅਤੇ ਮਹਾਂਪੁਰਖ ਤਥਾ ਉੱਥੇ ਜਿੰਨੀ ਵੀ ਸੰਗਤ ਹੈ ਦੇਸ਼ ਪ੍ਰਦੇਸ਼ ਦੀ, ਉਹ ਨਾਲ ਦੀ ਨਾਲ ਇਹ ਸਾਰਾ ਜਿਹੜਾ ਸਮਾਗਮ ਹੈ ਇਹ ਦੇਖ ਰਹੇ ਹੈ। ਸੋ ਇਸ ਵਾਸਤੇ ਜਦੋਂ ਲਾਈਵ 'ਤੇ ਪ੍ਰੋਗਰਾਮ ਹੋਵੇ ਫਿਰ ਬੜੇ ਸੁਲਝੇ ਹੋਏ ਢੰਗ ਨਾਲ ਸਟੇਜ ਨੂੰ ਕੰਟਰੋਲ ਕਰਨਾ ਪੈਂਦਾ ਹੈ, ਕਿਉਂ ਸੰਗਤਾਂ ਨੇ ਬਾਹਰ ਅੰਦਰ ਦੇਖਣਾ ਹੁੰਦਾ। ਅੱਜ ਪੜ੍ਹੇ ਲਿਖੇ ਲੋਕ ਆ, ਉਹ ਦੇਖਦੇ ਰਹਿੰਦੇ ਆ ਕਿ ਕਮੀ ਕਿਹੜੀ ਗੱਲ ਦੀ ਹੈ। ਉਹ ਕਮੀ ਹੁਣ ਪੂਰੀ ਕਰਨੀ ਹੈ, ਇਹ ਕੋਈ ਸ਼ੰਕਾ ਨਾ ਰਹਿ ਜਾਏ। ਸੋ ਇਸ ਵਾਸਤੇ ਜਿੰਨੀਆਂ ਵੀ ਸੰਗਤਾਂ ਹੈਗੀਆਂ ਉਹ ਟਿਕ ਟਿਕਾ ਕੇ ਬੈਠਿਓ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਅਸੀਂ ਸੁਲਤਾਨਪੁਰ ਲੋਧੀ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ ਵਿਖੇ ਹਰ ਸਾਲ ਇਹ ਗੁਰਪੁਰਬ ਬੇਬੇ ਨਾਨਕੀ ਜੀ ਦੇ ਪਰਮ ਪਵਿੱਤਰ ਸਥਾਨ 'ਤੇ ਮਨਾਉਂਦੇ ਹਾਂ। ਅੱਜ ਵੀ ਮਨਾਇਆ ਗਿਆ ਹੈ। ਔਰ ਕਰਤਾਰਪੁਰ ਸਾਹਿਬ ਪਾਕਿਸਤਾਨ, ਜਿੱਥੇ ਮਹਾਰਾਜ ਨੇ ਇਹ ਲੀਲਾ ਵਰਤਾਈ ਹੈ, ਉਸ ਪਵਿੱਤਰ ਸਥਾਨ 'ਤੇ ਵੀ ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ। ਸੋ ਇਸ ਵਾਸਤੇ ਆਓ ਸਤਸੰਗੀਓ, ਮਨ ਬਾਣੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਕੁਝ ਅਵਤਾਰਾਂ ਬਾਰੇ ਗ੍ਰੰਥਕਾਰਾਂ ਨੇ ਬਚਨ ਲਿਖੇ ਹਨ। ਅਵਤਾਰ ਦਾ ਮਤਲਬ ਅਵਤੀਤੀ ਅਵਤਾਰਾ, ਜਿਹੜੇ ਦੁਨੀਆ ਦੇ ਭਲੇ ਵਾਸਤੇ ਸੱਚਖੰਡ ਤੋਂ ਇਸ ਲੋਕ ਵਿੱਚ ਉਤਰਦੇ ਹਨ, ਉਹਨਾਂ ਨੂੰ ਅਵਤਾਰ ਕਿਹਾ ਜਾਂਦਾ ਹੈ। ਸੋ ਇਸ ਵਾਸਤੇ ਅਵਤਾਰਾਂ ਦੀ ਇੱਕ ਤਾਂ ਭੂਮਿਕਾ ਹੈ ਅੰਸਾ ਅਵਤਾਰ, ਜਿਨ੍ਹਾਂ ਵਿੱਚ ਕੋਈ ਪਰਮਾਤਮਾ ਦੀ ਅੰਸ਼ ਵਰਤਦੀ ਹੈ। ਜਿਸ ਤਰ੍ਹਾਂ ਮਹਾਰਾਜਾ ਬਿਕਰਮਾਜੀਤ ਹੈ, ਮਹਾਰਾਜਾ ਭੋਜ ਹੈ, ਮਹਾਰਾਜਾ ਰਣਜੀਤ ਸਿੰਘ ਹੈ। ਪਹਿਲਾਂ ਵੀ ਬਹੁਤ ਰਾਜੇ, ਮਹਾਰਾਜਾ ਪਿਰਥੂ, ਦਲੀਪ, ਇਸ਼ਕ ਬਾਕੂ, ਬੜੇ ਬੜੇ ਧਰਮੀ ਰਾਜੇ ਹੋਏ। ਉਹ ਦੁਨੀਆ ਨੂੰ ਬੜਾ ਇਨਸਾਫ, ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ, ਜਿਹਦੇ ਕੋਲ ਮਕਾਨ ਨਹੀਂ ਮਕਾਨ ਦਿੰਦੇ ਆ। ਔਰ ਵੀਰ ਯਾਤਰਾ ਕਰਦੇ ਸੀ ਭੇਸ ਬਦਲ ਕੇ। ਸਾਡੇ ਰਾਜ ਵਿੱਚ ਕੋਈ ਦੁਖੀ ਤਾਂ ਨਹੀਂ, ਮਹਾਰਾਜਾ ਰਘੂ ਫਿਰ ਰਹੇ ਹੈ। ਇੱਕ ਧੋਬੀ ਦੇ ਧੋਬਣ ਕਹਿੰਦੇ ਸਾਡੀ ਕਾਹਦੀ ਜ਼ਿੰਦਗੀ ਹੈ, ਲੋਕਾਂ ਦੀ ਮੈਲ ਧੋਂਦੇ ਰਹਿੰਦੇ ਹਾਂ, ਸ਼ਾਮ ਨੂੰ ਕੀ ਮਜ਼ਦੂਰੀ ਮਿਲਦੀ ਹੈ। ਮਹਾਰਾਜਾ ਰਘੂ ਮਹਿਲਾਂ ਵਿੱਚ ਆਨੰਦ ਲੈ ਰਿਹਾ।
ਉਹ ਵੀਰ ਯਾਤਰਾ ਕਰ ਰਹੇ ਸੀ, ਘੁੰਮ ਕੇ ਦੇਖ ਰਹੇ ਸੀ। ਉਹਨੇ ਸਾਰਾ ਕੁਝ ਓਲੇ ਵਿੱਚ ਸੁਣਿਆ। ਸਵੇਰੇ ਉਹਨਾਂ ਨੂੰ ਬੁਲਾ ਲਿਆ। ਗਰੀਬ ਆਦਮੀ ਚਾਰਜ ਫਿਰ ਉਹਨੂੰ ਡਰਦਾ, ਕਿਉਂਕਿ ਕਾਨੂੰਨ ਵੀ ਅੱਜ ਕੱਲ੍ਹ ਮਾੜੇ 'ਤੇ ਹੀ ਆ, ਤਕੜੇ ਦਾ ਕੋਈ ਕਾਨੂੰਨ ਨਹੀਂ, ਜੋ ਹੁਣ ਕਲਯੁਗ ਦਾ ਸਮਾਂ। ਸੋ ਸਾਧ ਸੰਗਤ ਜੀ ਡਰ ਗਏ। ਕਹਿੰਦੇ ਡਰੋ ਨਾ। ਰਾਤ ਜਿਹੜੇ ਬਚਨ ਕਰਦੇ ਸੀ ਦੱਸੋ, ਉਹ ਹੋਰ ਭੈ ਭੀਤ ਹੋਏ, ਪਤਾ ਨਹੀਂ ਕਿ ਇਹਨ ਸਾਡੀ CID ਦਿੱਤੀ ਹੈ। ਕਹਿੰਦੇ ਡਰਨ ਦੀ ਕੋਈ ਲੋੜ ਨਹੀਂ, ਨਿਸ਼ੰਕ ਹੋ ਕੇ ਦੱਸਣਾ ਪੈਣਾ ਸੀ। ਦੱਸਿਆ ਅਤੇ ਮਹਾਰਾਜ ਨੇ ਮਹਿਲਾਂ ਦੀਆਂ ਚਾਬੀਆਂ ਭਰਿਆ ਮਹਿਲ ਸੰਭਾਲ ਦਿੱਤੀਆਂ। ਆਪ ਸਾਰੀ ਜ਼ਿੰਦਗੀ ਉਹ ਧੋਬੀ ਅਤੇ ਧੋਬਣ ਦੀ ਝੌਂਪੜੀ ਵਿੱਚ ਰਹਿ ਕੇ ਰਾਜ ਦਾ ਕੰਮ ਚਲਾਇਆ। ਉਹਦਾ ਨਾਂ ਸੀ ਰਾਮ ਰਾਜ। ਹੁਣ ਭੁੱਖਿਆਂ ਦੇ ਹੱਥ ਵਿੱਚ ਸੱਤਾ ਆ ਗਈ ਹੈ। ਇੱਕ ਭੁੱਖਾ ਜਾਂਦਾ, ਦੂਆ ਆ ਜਾਂਦਾ। ਉਹ ਕਹਿੰਦਾ ਹੁਣ ਮੇਰੀਆਂ 9 ਪੁਸ਼ਤਾਂ 11 ਪੁਸ਼ਤਾਂ ਭੁੱਖੀਆਂ ਨਾ ਮਰਨ। ਇਸ ਪਾਸੇ ਤੁਰੇ ਹੋਏ ਹੈ। ਅੰਧੇਰ ਨਗੜੀ ਚੌਪਟ ਰਾਜਾ, ਟਕੇ ਸਿਰ ਭਾਜੀ, ਟਕੇ ਸਿਰ ਖਾਜਾ। ਇਹ ਹਾਲ ਬਣਿਆ ਹੋਇਆ। ਅਤੇ ਗਿਰਗਟ ਵਾਂਗੂ ਅਸੀਂ ਵੀ ਰੰਗ ਬਦਲਦੇ ਹਾਂ। ਜਿਹੜੀ ਸਰਕਾਰ ਆਉਂਦੀ ਹੈ, ਜਿਹੜਾ ਪਿਓ ਬਾਣਾ ਜਾ ਉਹ ਪਾਉਂਦੇ ਆ, ਉਹ ਅਸੀਂ ਵੀ ਲੱਗ ਪੈਂਦੇ ਹਾਂ। ਜਿਹੜੇ ਬਦਲ ਜਾਂਦੀ ਹੈ, ਹੁਣ ਫੇਰ ਉਸ ਤਰ੍ਹਾਂ ਬਦਲ ਗਿਆ। ਇਸ ਤਰ੍ਹਾਂ ਹਾਲੇ ਟੋਪੀ ਵਾਲੇ ਨਹੀਂ ਆਏ ਤਾਂ ਤੁਸੀਂ ਟੋਪੀਆਂ ਵਾਲ ਤੁਰ ਪੈਣਾ ਸੀ। ਸੋ ਇਸ ਵਾਸਤੇ ਮਹਾਰਾਜ ਕਿਰਪਾ ਕਰੇ। ਅਤੇ ਦੂਸਰਾ ਰਾਜਾ ਹੈ ਅਵੇਸਾ, ਜਿਹੜਾ ਦੂਏ ਦੇ ਸਰੂਪ ਵਿੱਚ ਪ੍ਰਵੇਸ਼ ਹੋ ਕੇ ਕਾਰਜ ਕਰੇ। ਜਿਵੇਂ ਭਗਤ ਨਿਯਮਦੇਵ ਨੂੰ ਦਰਸ਼ਨ ਹੋਇਆ ਸੀ ਨਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਇਸ ਵਾਸਤੇ ਉਹਨੂੰ ਅਵੇਸਾ ਅਵਤਾਰ ਕਹਿੰਦੇ। ਨਿਤ ਅਵਤਾਰ ਆ। ਜਿਵੇਂ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਬਾਬਾ ਵੀਰ ਸਿੰਘ ਨਰੰਗਾਵਾਦ, ਬਾਬਾ ਮਹਾਰਾਜ ਸਿੰਘ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ, ਜਿਨ੍ਹਾਂ ਦੇ ਰਾਜ ਸੂਰਜ ਨਹੀਂ ਸੀ ਛੁਪਦਾ, ਉਹਨਾਂ ਦਾ ਤਖਤ ਹਿਲਾ ਕੇ ਰੱਖ ਦਿੱਤਾ। ਇਸ ਤਰ੍ਹਾਂ ਮਹਾਂਪੁਰਖ ਬੇਅੰਤ ਹੈਗੇ। ਬਾਬਾ ਹਰਨਾਮ ਸਿੰਘ ਪੁੱਛੋਂ ਵਾਲੇ ਮਹਾਂਪੁਰਖ, ਬੜਵੜੀਆਂ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ। ਇਸ ਤਰ੍ਹਾਂ ਬਾਬਾ ਅਨੰਤ ਸਿੰਘ ਕਲੇਰਾਂ ਵਾਲੇ, ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ। ਨਿਤ ਮੈਨੇ ਜਿਹੜੇ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਸੰਸਾਰ ਦੇ ਉੱਤੇ ਆ ਕੇ ਜੋ ਨਿਰੰਕਾਰ ਵੱਲੋਂ ਮਰਜ਼ਾਦਾ ਥਾਪੀ ਹੁੰਦੀ ਹੈ, ਉਹ ਆਪਣੀ ਮਰਜ਼ਾਦਾ ਨਹੀਂ ਚਲਾਉਂਦੇ। ਜਿਹੜੀ ਗੁਰੂ ਸਾਹਿਬ ਵੱਲੋਂ ਮਰਜ਼ਾਦਾ, ਉਹਦੇ 'ਤੇ ਪਹਿਰਾ ਦਿੰਦੇ ਆ ਅਤੇ ਦਵਾਉਂਦੇ ਆ। ਇਹ ਉਹਨਾਂ ਦੀ ਸੇਵਾ ਹੈ। ਅੱਗੇ ਨਮਿੱਤਿਆ ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਪ੍ਰਹਲਾਦ ਦੀ ਰੱਖਿਆ ਵਾਸਤੇ ਨਰਸਿੰਘ ਅਵਤਾਰ ਧਾਰਿਆ ਔਰ ਰਾਵਣ ਦੇ ਜ਼ੁਲਮ ਨੂੰ ਰੋਕਣ ਵਾਸਤੇ ਸ਼੍ਰੀ ਰਾਮ ਚੰਦਰ ਜੀ। ਇਸ ਤਰ੍ਹਾਂ ਫਿਰ ਇਹ 14 ਕਲਾ, ਇਹ ਕ੍ਰਿਸ਼ਨ ਮਹਾਰਾਜ 16 ਕਲਾ ਮੰਨਦੇ ਆ। ਪਰ ਧੰਨ ਗੁਰੂ ਨਾਨਕ ਸਾਹਿਬ 16 ਕਲਾ ਸੁਪੂਰਨ ਫਲਿਆ, ਅਨੰਤ ਕਲਾ ਲੈ ਠਾਕਰ ਚੜ੍ਹਿਆ। ਇੱਥੇ ਕਲਾ ਦੀ ਕੋਈ ਗਿਣਤੀ ਮਿਣਤੀ ਨਹੀਂ। ਅਨੰਤ ਸ਼ਕਤੀਆਂ ਦੇ ਮਾਲਕ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਨਨਕਾਣਾ ਸਾਹਿਬ ਦੀ ਪਾਵਨ ਧਰਤੀ, ਰਾਏ ਭੋਏ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਔਰ ਪਰਮ ਪਵਿੱਤਰ ਸਤਿਕਾਰਯੋਗ ਪੂਜਨੀਕ ਮਹਾਰਾਜ ਦੇ ਪਿਤਾ ਮਹਿਤਾ ਕਲਿਆਣ ਚੰਦਰ ਜੀ, ਔਰ ਪਰਮ ਪਵਿੱਤਰ ਆਤਮਾ ਮਹਾਨ ਸਤਿਕਾਰ ਦੇ ਪਾਤਰ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ 1469 ਈਸਵੀ। ਮਾਈਓ ਹਾ ਕੰਮ ਨਾ ਕਰੋ, ਇਹ ਤਾਂ ਤੁਸੀਂ ਨਵੇਂ ਕੰਮ ਸ਼ੁਰੂ ਕਰ ਲਿਆ। ਇੱਥੇ ਗੁਰੂ ਨਾਨਕ ਨੂੰ ਮਿਲਣ ਆਈਆਂ ਕਿ ਤੁਸੀਂ ਆਪਣੇ ਆਪ ਨੂੰ ਮਿਲਣ ਆਈਆਂ?
ਇਹ ਤਾਂ ਤੁਸੀਂ ਨਵੇਂ ਕੰਮ ਸ਼ੁਰੂ ਕਰ ਲਿਆ। ਮੈਂ ਤਾਂ ਤੁਹਾਡੀ ਗੁਰੂ ਨਾਨਕ ਪਾਤਸ਼ਾਹ ਨਾਲ ਗਲਵਕੜੀ ਪਾਉਣੀ ਚਾਹੁੰਦਾ, ਇਹ ਕੰਮ ਨਾ ਕਰਿਆ ਕਰੋ। ਫਤਿਹ ਇਹ ਬੁਲਾਈ ਆ ਕਿ ਜੱਫੀ ਪਾ ਕੇ ਨਹੀਂ ਮਿਲਣੀ, ਹੱਥ ਨਾਲ ਹੱਥ ਮਿਲਾ ਕੇ ਨਹੀਂ ਮਿਲਣੀ। ਇਹ ਤਾਂ ਸਾਡੇ ਟਕਸਾਲਾਂ ਸੰਪਰਦਾਂ ਦੇ ਨਿਯਮ ਆ। ਸੋ ਸਾਧ ਸੰਗਤ ਜੀ, ਡਾਕਟਰੀ ਤੌਰ 'ਤੇ ਵੀ, ਸਾਇੰਟੀਫਿਕ ਵੀ, ਧਾਰਮਿਕ ਤੌਰ 'ਤੇ ਹੁਣ ਅਗਲੇ ਨੂੰ ਕੋਈ ਬਿਮਾਰੀ ਹੋਵੇ, ਉਹਦੇ ਕੱਪੜਿਆਂ 'ਚ ਖਾਜ ਦੇ ਪਰਮਾਣੂ ਹੋਣ ਤੇ ਤੁਹਾਨੂੰ ਵੀ ਸੀਤ ਪ੍ਰਸ਼ਾਦ ਮਿਲ ਜੂ। ਤੁਸੀਂ ਤਾਂ ਜੱਫੀ ਪਾਈ, ਉਹ ਫਿਰ ਦੂਈ ਜੱਫੀ ਪਵਾ ਦੇਗਾ। ਇਸ ਕਰਕੇ ਇਹ ਜਿਹੜਾ ਨਾ ਕੱਪੜਿਆਂ 'ਚ ਵੀ ਜਰਾ ਸਿਮਰਿੰਦੇ ਆ। ਅਸੀਂ ਵੈਦਿਕ ਸ਼ਾਸਤਰ ਪੜ੍ਹੇ ਹਾਂ, ਜਿਨ੍ਹਾਂ ਨੂੰ ਬਿਮਾਰੀ ਉਹਨਾਂ ਦੇ ਕੱਪੜੇ ਰੋਜ਼ ਡਟੋਲ ਵਿੱਚ ਪਾ ਕੇ ਧੋਣੇ ਪੈਂਦੇ ਆ ਗਰਮ ਪਾਣੀ 'ਚ। ਨਹੀਂ, ਇਹ ਖੜਾ ਨਹੀਂ ਛੱਡਦੇ ਜਿਹੜੇ ਪਰਮਾਣੂ ਐਡੇ ਭੈੜੇ ਆ। ਸੋ ਇਸ ਵਾਸਤੇ ਆਓ, ਧਿਆਨ ਇੱਧਰ ਲਿਆਓ। ਰਾਏ ਭੋਏ ਦੀ ਤਲਵੰਡੀ 1526 ਬਿਕਰਮੀ ਸੰਮਤ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਇਹ ਮਹਾਰਾਜ ਦਾ ਤੜਕੇ ਬ੍ਰਹਮ ਮੁਹੂਰਤ ਵਿੱਚ ਅਵਤਰਨ ਹੋਇਆ। ਔਰ ਇਹਦਾ ਪਹਿਲਾ ਨਾਂ ਹੈ ਰਾਏ ਭੋਏ ਦੀ ਤਲਵੰਡੀ। ਭੋਏ ਰਾਜਾ ਹੋਇਆ, ਬਾਅਦ 'ਚ ਮੁਸਲਮਾਨ ਹੋ ਗਿਆ, ਭੱਟੀ ਗੋਤ ਦੇ ਰਾਜਪੂਤ ਸੀ। ਮੌਕੇ ਦਾ ਜਿਹੜਾ ਸੀ ਉਹਦਾ ਨਾਂ ਸੀ ਰਾਏ ਬਲਾਰ। ਰਾਏ ਬਲਾਰੂ ਦਾ ਨਾਮ ਸੀ। ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨੇ ਨਾਲ ਰਾਏ ਭੋਏ ਦੀ ਤਲਵੰਡੀ ਦਾ ਨਾਂ ਕੀ ਪੈ ਗਿਆ? ਨਾਨਕ ਆਇਆ, ਨਾਨਕ ਆਣਾ। ਤੇ ਸਦਾ ਨਾਂ ਕੀ ਪੈ ਗਿਆ? ਨਨਕਾਣਾ ਸਾਹਿਬ। ਪਹਿਲਾ ਨਾਂ ਆ ਰਾਏ ਭੋਏ ਦੀ ਤਲਵੰਡੀ। ਉੱਥੇ ਮਹਾਰਾਜ ਆਏ, ਮਹਾਰਾਜ ਦੇ ਆਉਣ ਨਾਲ ਨਗਰ ਦਾ ਨਾਂ ਬਦਲ ਗਿਆ, ਨਗਰ ਦੀ ਤਕਦੀਰ ਬਦਲ ਗਈ, ਸਾਰੇ ਸੰਸਾਰ ਦੀ ਤਕਦੀਰ ਬਦਲੀ। ਧੰਨ ਗੁਰੂ ਨਾਨਕ ਪਾਤਸ਼ਾਹ। ਨਾਨਕਾਣਾ ਹੁਣ ਤਾਂ ਜ਼ਿਲ੍ਹਾ ਵੀ ਬਣ ਗਿਆ, ਯੂਨੀਵਰਸਿਟੀ ਵੀ ਬਣੀ ਹੈ, ਬਹੁਤ ਕੁਛ ਹੈ ਉੱਥੇ। ਸਿੱਖ MLA ਵੀ ਕਈ ਵਾਰੀ ਬਣ ਜਾਂਦਾ। ਜਦੋਂ ਯਾਤਰਾ ਨੂੰ ਬਾਬਾ ਹਜ਼ਾਰਾ ਸਿੰਘ ਮੇਰੇ ਨਾਲ ਗਏ ਸੀ, ਉਹਨਾਂ ਦੇ ਘਰ ਵੀ ਗਏ ਸੀ। ਸੋ ਕਹਿਣ ਤੋਂ ਭਾਵ ਉੱਥੇ ਬਾਲ ਲੀਲਾ ਦੇ ਚੋਜ ਕੀਤੇ। 15 ਸਾਲ ਦੀ ਉਮਰ 'ਚ ਸੁਲਤਾਨਪੁਰ ਲੋਧੀ ਆ ਗਏ। ਇੱਥੇ ਮੋਦੀ ਖਾਨੇ ਦੀ ਕਿਰਤ ਕੀਤੀ। ਤੂੰ ਤਾਂ ਨਾ ਜਾ ਕਿਰਪਾਨ ਵਾਲਿਆ, ਤੂੰ ਨਾ ਜਾ, ਖੁੱਲ੍ਹਾ ਚੱਲ ਜਾਏ ਤਾਂ ਕੋਈ ਗੁੱਸਾ ਨਹੀਂ, ਚਾਹੀਦਾ ਤੂੰ ਉਹਨੂੰ ਵੀ ਨਹੀਂ। ਤੁਸੀਂ ਤਾਂ ਕਲਾਸ ਦਾ ਦਾਖਲਾ ਲਿਆ ਨਾ, ਜੇ ਦਾਖਲੇ ਵਾਲਾ ਵਿਦਿਆਰਥੀ ਚੱਲ ਜਾਏ ਫੇਰ ਕਲਾਸ ਕਿਵੇਂ ਲੱਗੇਗੀ? ਤੁਸੀਂ ਦਾਖਲਾ ਲਿਆ ਜਿਹਨੇ ਅੰਮ੍ਰਿਤ ਛਕਿਆ ਕਾਲਜ ਦਾ, ਗੁਰੂ ਨਾਨਕ ਦੀ ਯੂਨੀਵਰਸਿਟੀ ਦਾ, ਟੇਕ ਕੇ ਬੈਠੋ। ਸੋ ਸਾਧ ਸੰਗਤ ਜੀ, ਫਿਰ ਤਕਰੀਬਨ 16 ਸਾਲ ਦੇ ਅੰਤਰਗਤ ਮਹਾਰਾਜ ਨੇ ਇੱਥੇ ਚੋਜ ਵਰਤਾਏ। ਇੱਥੇ ਮੋਦੀ ਖਾਨਾ, ਇੱਥੇ ਕੁੜਮ ਕੁੜਮਾਈ ਆ ਰਾਮੇ ਰਸਮ ਹੋਈ। ਇੱਥੇ ਵਿਆਹੁਣ ਵਾਸਤੇ ਗਏ, ਵਿਆਹ ਕੇ ਆਏ। ਇੱਥੇ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਅਵਤਾਰ ਧਾਰੇ ਔਰ ਇੱਥੇ ਲੇਖਾ ਜੋਖਾ ਹੋਇਆ, ਵਾਧਾ ਨਿਕਲਿਆ। ਇੱਥੇ ਸੱਚ ਦੀ ਨਵਾਜ਼ ਪੜ੍ਹਨੀ ਦੱਸੀ, ਸਰੀਰ ਦੀ ਹਾਜ਼ਰੀ ਨਹੀਂ ਮੰਨਦੀ, ਹਾਜ਼ਰੀ ਨਾਲ। ਇੱਥੋਂ ਹੀ ਮਹਾਰਾਜ ਅੱਲਾ ਦਿੱਤਾ ਜਿਹੜਾ ਫਕੀਰ ਸੀ, ਨਾਟਕੀ ਚੇਟਕੀ ਤੋਂ ਹਟਾ ਕੇ ਖੁਦਾ ਦੇ ਨਾਲ ਜੋੜਿਆ। ਇੱਥੇ ਭਾਈ ਭਗੀਰਥ ਕਾਲੀ ਦਾ ਉਪਾਸ਼ਕ, ਉਹਨੂੰ ਆਪਣੀ ਸੇਵਾ ਦਿੱਤੀ ਦਾਤਣ ਇਸ਼ਨਾਨ ਦੀ। ਅੱਜ ਵੀ ਉਹਦੀ ਦਾਤਣ ਗੱਡੀ ਹੋਈ ਹੈ। ਅੱਜ ਕਾਹਦੀ ਦਾਤਣ ਲਿਆ? ਬੇਰੀ ਦੀ। ਕਹਿੰਦੇ ਲੈ ਫਿਰ ਆਖਰੀ ਬੇਰੀ ਕਹਿ ਕੇ ਗੱਡ ਦਿੱਤੀ। ਅੱਜ ਉਹ ਬੇਰ ਸਾਹਿਬ ਉਹਦੇ ਨਾਂ 'ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ। ਪਹਿਲਾ ਸਥਾਨ ਗੁਰਦੁਆਰਾ ਗੁਰੂ ਕਾ ਬਾਗ, ਬੇਬੇ ਨਾਨਕੀ ਦਾ ਘਰ। ਉੱਥੇ ਮਹਾਰਾਜ ਦਾ ਪਰਿਵਾਰ ਰਿਹਾ, ਇਸ ਕਰਕੇ ਗੁਰੂ ਦਾ ਬਾਗ ਪਰਿਵਾਰ, ਉਹਨੂੰ ਗੁਰੂ ਕਾ ਬਾਗ ਕਹਿੰਦੇ। ਦੂਸਰਾ ਹੱਟ ਸਾਹਿਬ 14 ਬੱਟੇ ਮੌਜੂਦ ਆ, ਕੱਚੇ ਤੋਲਦੇ, ਜਿਨ੍ਹਾਂ ਨਾਲ 13 ਦੀਆਂ ਧੜੀਆਂ ਤੋਲ ਕੇ ਗਰੀਬਾਂ ਦੀਆਂ ਝੋਲੀਆਂ 13 ਜਪਦੇ 'ਚ ਪਾਉਂਦੇ ਸੀ। ਤੀਸਰਾ ਬੇਰ ਸਾਹਿਬ, ਜਿੱਥੇ ਬੇਈ ਨਦੀ ਇਸ਼ਨਾਨ ਕਰਕੇ ਨਿਜ ਸਰੂਪ ਵਿੱਚ ਜੁੜਦੇ ਸੀ। ਇੱਥੋਂ ਹੀ ਇਸ਼ਨਾਨ ਦੇ ਬਹਾਨੇ ਸੱਚਖੰਡ ਗਏ
ਤੇ ਮੂਲ ਮੰਤਰ ਦੀ ਦਾਤ ਲਿਆਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਤੇ ਅਕਾਲ ਪੁਰਖ ਵੱਲੋਂ ਹੁਕਮ ਹੋਇਆ। ਜਦੋਂ ਫਿਰ ਪ੍ਰਚਾਰ ਕਰਕੇ ਗਏ, ਪੁੱਛਿਆ ਕਿਵੇਂ ਨਾਮ ਜਪਾਇਆ? ਅੱਗੇ ਜਿੰਨੇ ਭੇਜੇ ਆਪੋ ਆਪਣਾ ਜਪਾਉਂਦੇ ਰਹੇ। ਫਿਰ ਮਹਾਰਾਜ ਨੇ ਕਿਹਾ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਕਰਕੇ ਗੁਰਮੁਖ ਪਿਆਰੇ ਰਲਾ ਕੇ ਜਾਪ ਕਰਦੇ ਵੀ ਸਾਡੇ ਗੁਰੂ ਦਾ ਵੀ ਨਾਲ ਹੋਣਾ ਚਾਹੀਦਾ। ਸੋ ਇਸ ਵਾਸਤੇ ਸਾਧ ਸੰਗਤ ਜੀ ਔਰ ਇਸ ਅਸਥਾਨ ਤੋਂ ਹੀ ਮਰਦਾਨੇ ਨੂੰ ਰਬਾਬ ਲੈਣ ਭੇਜਿਆ। ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਸੁਲਤਾਨਪੁਰ ਸੰਤ ਘਾਟ ਕੀਤੀ ਹੈ। ਤੁਸੀਂ ਕਪੂਰਥਲੇ ਜ਼ਿਲ੍ਹੇ ਵਾਲੇ ਕਿੰਨੇ ਭਾਗਾਂ ਵਾਲੇ ਆ? ਗੁਰੂ ਗ੍ਰੰਥ ਸਾਹਿਬ ਸੁਲਤਾਨਪੁਰ ਆਰੰਭ ਹੋਇਆ, ਮੂਲ ਮੰਤਰ ਇੱਥੇ ਉਚਾਰਿਆ ਔਰ ਇੱਥੇ ਇਹ ਸ਼ਬਦ ਉਚਾਰਿਆ ਗਊ ਬ੍ਰਾਹਮਣ ਕੋ ਕਰ ਲਾਵਾ ਗੋਬਰ ਤਰਨਾ ਜਾਈ ਧੋਤੀ ਟਿੱਕਾ ਤੇ ਜਮਾਲੀ ਧਾਨ ਮਲੇਛਾਂ ਖਾਈ। ਇੱਥੇ ਸ਼ਬਦ ਉਚਾਰਿਆ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਧ੍ਰਿਗ ਤਿਨਾ ਕਾ ਜੀਵਿਆ ਲਿਖ ਲਿਖ ਵੇਚਿਆ ਨਾਓ ਖੇਤੀ ਜਨ ਕੀ ਉਜੜੀ ਖਲਵਾੜੈ ਨਾਹੀ ਥਾਓ। ਇੱਥੇ ਮਹਾਰਾਜ ਨੇ ਸ਼ਬਦ ਉਚਾਰਿਆ। ਸੋ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਇੱਕ ਮਰਦਾਨੇ ਨੂੰ ਰਬਾਬ ਲਿਆ। ਭਾਈ ਫਰੰਦਾ ਜੀ ਗੰਧਰਵ ਨੇ ਰਬਾਬ ਦਿੱਤਾ। ਵਜਾ ਪਾਈ ਤਾਰ ਮਰਦਾਨੇ ਦੀ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਕਹਿੰਦੀ। ਫਿਰ ਚੜ੍ਹਿਆ ਸੋਧਣ ਧਰਤ ਲੋਕਾਈ। ਬੇਬੇ ਨਾਨਕੀ ਤੋਂ ਆਸ਼ੀਰਵਾਦ ਲੈ ਕੇ ਤੁਰੇ ਸਾਰਾ ਪਰਿਵਾਰ। ਮਹਿਤਾ ਸਾਹਿਬ ਮਾਤਾ ਜੀ ਮਹਾਰਾਜ ਦੇ ਸਹੁਰਾ ਸੱਸ ਵੀ ਨਾਨੇ ਨਾਨੀਆਂ ਮਾਮੇ ਮਾਮੀਆਂ ਅਸੀਂ ਬੁੜੇ ਹੋ ਗਏ ਹਾਂ। ਬਾਹਰ ਕਹਿੰਦੇ ਸੰਸਾਰ ਦੇ ਬਜ਼ੁਰਗ ਜਤੀਮਾਂ ਨੂੰ ਦੇਖਾਂ ਕਿ ਹੁਣ ਤੁਹਾਡੇ ਵੱਲ ਦੇਖਾਂ। ਉਹਨਾਂ ਦੇ ਮਨ ਦੀ ਸੰਤੁਸ਼ਟੀ ਕਰਕੇ ਤੁਰੇ। ਗੱਜ ਕੇ ਬੋਲੋ ਸੇਵਾ ਤੁਹਾਡੀ ਦਾ ਪੁੰਨ ਆ, ਪਰ ਸਾਰਾ ਸੰਸਾਰ ਕੁਰਲਾ ਰਿਹਾ। ਦਰਗਾਹੋਂ ਹੁਕਮੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰਿਆ ਤਿੱਤੈ ਲਿਹੋ ਅਵਾਰ ਚੜਿਆ ਸੋਧਣ ਧਰਤ ਲੁਕਾਈ। ਕਾਹਦੇ ਲਈ ਅਵਤਾਰ ਧਾਰਿਆ ਸੀ? ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਦੁਨੀਆ ਦੇ ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ। 4 ਉਦਾਸੀਆਂ ਕੀਤੀਆਂ। 7.5 ਕਰੋੜ ਸਿੱਖ ਸੱਜ ਗਿਆ ਸੀ ਤੇ ਹੁਣ ਰਹਿ ਗਏ ਆਪਾਂ 1 ਕਰੋੜ 57 ਲੱਖ। ਕਹਿੰਦੇ ਪ੍ਰਚਾਰ ਨਹੀਂ, ਇੰਨੇ ਚੈਨਲਾਂ ਤੇ ਪ੍ਰਚਾਰ ਆ ਰਿਹਾ। ਕੀਰਤਨ ਦਰਬਾਰ ਥਾਂ ਥਾਂ ਹੋ ਰਹੇ ਆ। ਇੱਕ ਸਾਡੇ ਸਿੱਖਾਂ ਨੂੰ ਵਹਿਮ ਬੜਾ ਪੈ ਗਿਆ, ਇੱਕ ਤੋਂ ਦੂਆ ਨਿਆਣਾ ਨਹੀਂ। ਹੁਣ ਉਹ ਫੌਜ 'ਚ ਜਾਊਗਾ, ਪੁਲਿਸ ਜਾਊਗਾ ਜਾਂ ਖੇਤੀਪਤੀ ਕਰੂ, ਨੌਕਰੀ ਚਾਕਰੀ ਕਰੂ। ਜੇ ਕਿਤੇ ਉਹੋ ਜਿਹੀ ਗੱਲ ਹੋ ਜਾਏ ਫਿਰ ਮਾਂ ਪਿਓ ਕੋ ਰੋਣਾ ਧੋਣਾ ਰਹਿ ਜਾਂਦਾ। ਤੇ ਗਾਹਾਂ ਹੁਣ ਜਾਂ ਗ੍ਰੇਥੀਆਂ ਦਾ ਇੱਕ ਕਿਹਾ ਤਾਂ ਸਾਧ ਵੀ ਕਿਸੇ ਨੇ ਨਹੀਂ ਬਣਨਾ ਤੇ ਬ੍ਰਹਮ ਵਿਦਿਆ ਕਿਸੇ ਨੇ ਨਹੀਂ ਪੜ੍ਹਨੀ। ਫਿਰ ਆ ਸਿੱਖੀ ਦਾ ਪ੍ਰਚਾਰ ਕਿਨ ਕਰਨਾ? ਇਹ ਨਿਸ਼ਾਨ ਧਾਮ ਗੁਰਦੁਆਰੇ ਫਿਰ ਕਿਵੇਂ ਸਾਂਭੇ ਜਾਣਗੇ? ਤੇ ਦੂਜੀਆਂ ਜਿਹੜੀਆਂ ਅੱਜ ਕੱਲ੍ਹ ਪਰੰਪਰਾ ਸੰਪਰਦਾ ਚੱਲ ਰਹੀਆਂ, ਉਹ ਛਾਲਾਂ ਮਾਰ ਮਾਰ ਕੇ ਤੁਹਾਡੀ ਧੌਣ 'ਤੇ ਗੋਡਾ ਰੱਖ ਰਹੀਆਂ। ਗਿਣਤੀ ਇੰਨੀ ਵੱਧ ਰਹੀ ਹੈ, ਪਰ ਇਸ ਪਾਸੇ ਆਪਣਾ ਧਿਆਨ ਨਹੀਂ। ਜਿਹੜਾ ਇੱਕ ਆ ਉਹ ਬੁੱਢੇ ਬੁੱਢੀਆਂ ਇੱਥੇ ਧੱਕੇ ਖਾਂਦੇ, ਉਹ ਕਹਿੰਦਾ ਮੈਂ ਬਲੈਤ ਜਾਣਾ। +2 ਤੋਂ ਗਾਂ ਟੱਪਦੇ ਨਹੀਂ। ਹੁਣ ਸਕੂਲ ਕਾਲਜ ਯੂਨੀਵਰਸਿਟੀਆਂ ਵੀ ਬੰਦ ਹੋਣ ਦੇ ਕਿਨਾਰੇ ਆ। ਜਾਂ +2 ਕਰਕੇ ਬਾਹਰ ਚਲੇ ਗਏ, ਇੱਥੇ ਕਿਵੇਂ ਚੱਲੂਗਾ? ਇੱਕ ਪਾਸੇ ਨਹੀਂ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਪੱਖਾਂ ਨੂੰ ਮੁੱਖ ਰੱਖਿਆ। ਜਿੰਨੀ ਸਿੱਖੀ ਮਹਾਰਾਜ ਨੇ ਬਣਾਈ, 9 ਗੁਰੂਆਂ ਨੇ ਫੇਰ ਵਧਾਈ। 7 ਤਾਂ 19 ਵੀ ਨਹੀਂ ਰੱਖ ਹੋਈ। ਮਹਾਰਾਜਾ ਰਣਜੀਤ ਸਿੰਘ ਵੇਲੇ 1 ਕਰੋੜ ਸੀ ਤੇ ਸਾਡੀ ਫੁੱਟਣਾ ਗੋਰੇ ਕਾਮਯਾਬ ਹੋ ਗਏ ਤੇ 9 ਲੱਖ ਸਿੱਖ ਰਹਿ ਗਿਆ ਸੀ। ਉਸ ਵੇਲੇ ਫਿਰ ਲੋਕਾਂ ਨੂੰ ਭਾਸਿਆ ਵੀ ਹੁਣ ਸੰਤਾਂ ਦੀ ਲੋੜ ਆ। ਫਿਰ ਅਰਦਾਸ ਕੀਤੀ, ਜਿਵੇਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕਲਮਲ ਹੋਈ ਮੇਦਨੀ ਅਰਦਾਸ ਕਰੈ ਲਿਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਕਲ ਤਾਰਨ ਗੁਰੂ ਨਾਨਕ ਆਇਆ। ਇਹ ਮਹਾਰਾਜ ਨੇ ਪਰੰਪਰਾ ਚਲਾਈ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ।
फिर महाराज ने बड़े बड़े गुरसिख बाबा बुढ़ा जी, भाई जोधर गए, भाई गुरदास, बाबा सावन मल, भाई कल्याणा, बाबा बिधि चंद, बाबा मंझ, भाई बहलो, भाई संगत साहब सच्ची दाड़ी, मीहा साहब, बख्तमल, लखमीर साहब। फिर 10वें पातशाह ने पंजां प्यारियां दी भाई दयाल सिंह, धर्म सिंह, बाबा दीप सिंह, मनी सिंह, ये संप्रदावां टकसालां चलाइयां कि परंपरा चलती रहे तो सिੱਖੀ विच बरेक ना लगे। इसे करके चलाइयां सी ना। अज हुण 4 चफेरे ये रैड अलर्ट हो रहा। तुहाडी दौड़ लगी, बाहरों माया आ जाए, कोठी बना लो, सामण वाला है कोई नहीं, ये कोई ना कोई भैया लजदे है। मंग तुहाडी बहुत वड्डी सी खालसा राज दी। मैं कहना तुसीं पंजाबी हथों गवा लेना, ये भी सिखां तो जांदा लगना। खाली हो रहा, खाली हो रहा। असली पंजाब रह गया, रावी पार वो लै गए। आ जड़ा सी दे 3 टुकड़े करा लै। आ जिन्नी क पंजाबड़ी है भी तुहाडे हथों निकलती नज़र आ रही है। आबादी दिनों दिन बाहर दौड़ लगी हुई है। इन्हां गल्लां नूं समझण विचारन दी लोड़ है। सो इस करके साध संगत महाराज इसे वास्ते आए सी। उन्हीं खालसा बनाया सी। असर संघार वे को, दुर्जन के मार वे को, संतन आवार वे को खालसा बनायो। वह प्रगट्यो मरदा गंबड़ा बरियाम अकेला, बाहवा गोबिंद सिंह आपे गुर चेला। धन गुरु नानक साहब ने फिर मारिया सिक्का जगत विच, नानक निर्मल पंथ चलाया। निर्मल कह दो, खालसा कह दो, बोली भेज दो। वो अरबी का शब्द है, गुरमुखी का। गल एको ही है। जिन्हों महाराज ने कहा खालसो बेकीना गुरु गोबिंद सिंह, हक हक आईना गुरु गोबिंद सिंह, बादशाह दरवेश गुरु गोबिंद सिंह, हक हक आंदेश गुरु गोबिंद सिंह। उन्होंने कृपा की। जुल्म की नेरी झुली हुई सी। उस वेले तख्तां की रचना हुई, 5वें पातशाह शहीद हो गए। हुण सिੱਖੀ जाती लगनी है। पर 6वें पातशाह ने श्री अकाल तख्त साहब बना के दरबार साहब के सामने ढाडियां तो 12 लवाइयां। ऐसे सनदबद्ध सूरमे पैदा किए। 4 जंग, धर्म युद्ध, 4 च खालसे की जित। फिर 9वें पातशाह शहीद हो गए। लै भी हुण नहीं बचते ये। तो 10वें पातशाह 9 साल की उम्र च राज साज संभालिया। देवलोक में पिता सधाए। अज 9 साल के बच्चे को देख लो, गिद्ध नहीं सींट नहीं सणकना आउंदा। धन कलगियां वाले पातशाह, उन्होंने साहबजादे 7 साल 9 साल, बंदा बहादुर उदा 4.5 साल का पुत शहीद हो रहा। तो ਸਿੰਘਣੀਆਂ ਦੇ गोदी ਵਿੱਚ ਜਿਹੜੇ बच्चे सी टोटे टुट गलों च हार पाए। साडा इतिहास की है, असीं किधर तुर पए। ठंडे दिमाग नाल सोचियो, बिरसा किन्ना अमीर सी। कोठियां कारां माया पदार्थ बहुत है, पर सिੱਖੀ नूं तुहाडे घरां चों हुंजा फिर गया। हल भी संभल जाओ। समा है गुरपुरब मनाउण दा, प्रयोजन तो यही है। घर छड्ड के बाहर दौड़े फिरदे हैं, अपने घर वाल आ जाइए। सो साध धन गुरु नानक साहब जी ने इतना लंबा चक्कर, 4 उदासियां। आ रोम इटली की राजधानी है जिथे बैठी कहने। हुण खोज निकली, उत्थे महाराज का कमरा वो संभाल के बैठे है। मूल मंत्र लिखा बैठी केन जोड़ा भाई गुरदास लिख ना, बाबे तारे 4 चग 9 खंड फिर सोचा ढोआ, वो सिद्ध हो रही गल्लां। असीं कोई पुराना निशान रहन देना ही नहीं। महाराज असीं इधर तुरे हुए हैं, वो हाले तो सामभ के बैठे है। बैठी कैन जिथे उन्हों का पोप रह रहा, जिस कमरे च गुरु नानक पातशाह रहे।
एक ओंकार लिखा थले ऊड़ा एड़ा ईड़ी। बलैतां तो सरदार रघुवीर सोनी आए है, इन्हीं पंजाबी स्कूल खोले है, पंजाबी अखबारां कनेडा की सरकार वालों टीचर देते स्कूल खोल देते, पंजाबी पढ़ो मंजूरी देती सरकार ने कनेडे दी ने। तो साढ़े बच्चे हुण अंग्रेजी मैन बनते जा रहे हैं। वो कहते किते अंग्रेजी पढ़ के साढ़े बच्चे गुरमुखी कल्चर ना भुल जाण। बलैतां दे सिख इत्थे खड़े आ, जिहड़े इत्थे दे सिख आ उन्हां दे घरां चों हुण अंग्रेजी आ वड़ी है, गुरमुखी निकल रही है। असीं इन्नी डिवेलपमेंट कर रहे हैं। धन गुरु नानक साहब कहते गुरमुखी अंग्रेजी बिना सरदा नहीं, तो गुरु नानक साहब ने तो सारी दुनिया का चक्कर लाया। गुरमुख नाद वेद विचार, गुरमुख मजन चज अचार, गुरमुख नादम गुरमुख बेदम, गुरमुख रहया समाई। गोरे जिथे गए अपनी ड्रैस दी, अपनी बोली दी। कदों संस्कृत सिखते, कदों हिंदुस्तान के लोगों ते राज करते। मद्रास चाहे उत्थे दा अनपढ़ आदमी भी इंग्लिश बोल रहा, जोतियां गंढण वाला भी। जिथे गए अपनी बोली, अपनी ड्रैस, अपना धर्म, अपने गिरजे पैदा करते। तो साढ़े विच किनियां घाटां आ रही। सो साध सिंह गुरु नानक साहब ने फिर सारे किरपा करके ते करतारपुर आ गए। जिले उत्थे बैठे सी करोड़िया सी उस इलाके का चौधरी, उन्होंने पता लगा भी साध पहला बह जाते हैं, फिर हौली हौली झंडा चला लेंदे है, फिर कब्जा कर लेंदे है। कहता हुणे सफा भलेट के जाना। वो घर वाली कहती सारी दुनिया ये अगे झुक गई, तू किधर तुर पिया। पर हंकार बड़ी भैड़ी चीज़ है। तुर पिया घोड़ी ते, चढ़न लगे पहला तो उदों दलत्ता मारिया, फिर नहीं आवाज आया, फिर उत्तों डिग पिया, लत्त तुड़ा ली, फिर ठीक हो, फिर अखां तो दिसना हट गया। कहता हुण तां बाबा तैनूं आके मत्था टेकदा, किरपा कर दे, अगलियां तो ना खो। फिर कहता महाराज इत्थे नगर बसाओ। फिर महाराज ने मैं बधी सच धर्मशाला है, गुरसिखां लैंदा पालक है, धर्मशाला बनाई। संगत पंथ पहली परंपरा जारी कर दी। इत्थे फिर महाराज जिंदगी के आखिरी दिन रहे, आप हल बाया खेती की। बाबा ज्वाला सिंह महाराज कहते सी आप खेती करियो, धर्म की किरत का अन्न जरूर नाल रलाओ। बाबा अतर सिंह महाराज रेरू साहब जदों बाबा करम सिंह गद्दी देन लगे, कहते महाराज हल बाह के गुरु नानक का लंगर चलावां ते गोखे की तलाई ना मेरी प्रीति, उत्थे बह के भजन करा। श्रीमान बाबा आया सिंह जी महाराज आए, उदों भी यही मंग मंगी। क्यों महाराज का हुक्म धर्म की किरत करनी, नाम जपना, वंड छकना। ये संदेश है। पुराने जिन्ने साध सी नाम जपण की गल करते रहे हैं, धर्म की किरत की वंड छकण की नहीं की। धन गुरु नानक साहब ने कहा जिन्ना चिर धर्म की किरत का अन्न नहीं ना खाते, उन्ना चिर भजन होए नहीं सकता। जिहड़ा वंड के नहीं खाता वो सारिਆਂ 'च परमात्मा नहीं देख सकता। क्योंकि वंड खाना बंदगी, दिखा खाना शर्मिंदगी, लुको खाना गंदगी है। तो गुरु नानक साहब का लंगर है ना। एक ओंकार श्री वाहिगुरु जी की फतह, देग तेग फतेह, नुसरत वेद रंग जाफते, नानक गुरु गोबिंद सिंह श्री अकाल पुरख जी साहिब बंदे बहादुर ने आ सिक्का जारी किया, जो महाराज का सिद्धांत है। सो इस करके प्यारी साध संगत जी फिर 18 साल किरपा की। इत्थे महाराज दे गुरु के बाग आए, माता पिता भैन भणोइया समय समय ना उन्होंने क्रियावां कीतियां। इत्थे फिर महाराज ने परख तो पहला भी हुंदी रही, इत्थे फिर विशेष रूप विच कि गुरता गद्दी किहनूं देनी है, सिखी की परख की गई। सिखां पुत्रां घोख कै सब उम्मत वेखो जे क्यों। रामकली की सत्य बलवंड की बार पढ़ी है ना। हुण तां जप जी घरां चों निकल गया।
ਅਸੀਂ ਨਹੀਂ ਘਰਾਂ ਚੋਂ ਨਿਕਲਣਾ, ਮਰ ਕੇ ਵੀ ਪ੍ਰੇਤ ਬਣ ਕੇ ਰਹਿਣਾ ਕੋਠੀਆਂ 'ਚ। ਜਪਜੀ ਸਾਹਿਬ ਨਹੀਂ ਰਹਿਣਾ ਚਾਹੀਦਾ ਨਾ ਕੋਠੀਆਂ 'ਚ, ਰਹਿ ਰਾਸ ਸਾਹਿਬ ਨਹੀਂ ਰਹਿਣੀ ਚਾਹੀਦੀ, ਕੀਰਤਨ ਸੋਲਾ ਪੰਜ ਬਾਣੀਆਂ ਨਹੀਂ ਰਹਿਣੀਆਂ ਚਾਹੀਦੀਆਂ, ਪੰਜ ਗ੍ਰੰਥੀ ਦਾ ਪਾਠ ਨਹੀਂ ਰਹਿਣਾ ਚਾਹੀਦਾ, ਸ਼ਰਾਬਾਂ ਕਬਾਬਾਂ ਮਾਸ ਆਂਡੇ ਹਰ ਵੇਲੇ ਕੰਜਰੀਆਂ ਦੇ ਨਾਚ। ਸੌ ਸਾਖੀ ਲਿਖਿਆ ਘਰ ਘਰ ਬੇਸਿਆ ਹੋਏਗੀ, ਘਰ ਘਰ ਹੋਏ ਬਹਿਗੀ ਰਾਂਡ। ਘਰ ਘਰ ਬੇਸਵਾ ਨੱਚੇਗੀ, ਘਰ ਘਰ ਰੰਡੀ ਦਾ ਡਰਾਮਾ ਹੋਏਗਾ। ਉਹ ਬਚਨ ਅੱਜ ਅੱਖਾਂ ਨਾਲ ਦੇਖੀ ਜਾਂਦੇ ਆ, ਮੰਨਣੇ ਤੁਸੀਂ ਹੈ ਨਹੀਂ। ਤੁਹਾਨੂੰ ਭੁੱਸ ਪੈ ਗਿਆ ਨਾ ਇੱਧਰਲਾ, ਛੱਡ ਦਿਓ ਇਹਨਾਂ ਕ੍ਰੀਤੀਆਂ ਨੂੰ। ਚੰਚਲ ਚਿਤ ਨਾ ਜਾਏ ਤਮਾਸ਼ੇ, ਜੂਏ ਜਾਏ ਨਾ ਖੇਲਤ ਪਾਸੇ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜੈ। ਨਾ ਨਾਟਕਾਂ ਚੇਟਕਾਂ ਤੋਂ ਹਟਾ ਕੇ ਮਹਾਰਾਜ ਨੇ ਅਕਾਲ ਨਾਲ ਜੋੜਿਆ ਸੀ। ਹੁਕਮ ਸੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਪੰਥ ਦੇ ਗ੍ਰੰਥ ਨੂੰ ਅਭੇਦ ਕਰ ਦਿੱਤਾ। ਫਿਰ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਤੇ ਜੋ ਚਿੱਟਾ ਉਹਦਾ ਧੂੰਆਂ ਲੈਂਦਾ ਫਿਰਦਾ, ਬੀੜਾ ਚੱਬਦਾ ਫਿਰਦਾ, ਆਉਂਦਾ ਜੀ ਭੀਮ ਦੀ ਇਜਾਜ਼ਤ ਦੇ ਦਿਓ ਡੋਡਿਆਂ ਦੀ। ਮੈਂ ਕਿਹਾ ਜਿੰਨੇ ਕੁ ਬਚ ਗਏ ਵੀ ਰਹਿਣ ਨਾ ਦਿਓ। ਆ ਜਿੰਨੇ ਕੁ ਬਚਿਓ ਸਿੱਖ, ਜਿਹੜੇ ਡੋਡਿਆਂ ਦੀ ਖੇਤੀ ਆ ਗਈ, ਇਹ ਬਚਣਗੇ। ਫੀਮ ਚੋਂ ਚਿੱਟਾ ਨਿਕਲਦਾ ਨਾ, ਫਿਰ ਤਾਂ ਮੌਜ ਹੋ ਜਾਣੀ ਇਹਨਾਂ ਨੂੰ। ਅੱਗੇ ਤਾਂ ਚੋਰੀ ਛੋਰੀ ਲਾਜਦੇ ਆ। ਸਰਹੱਦੀ ਸੂਬਾ ਉਧਰ ਚੀਨ ਤਾਣੀ ਬੈਠਾ, ਉਧਰ ਪਾਕਿਸਤਾਨ ਵੜਕਾਂ ਮਾਰ ਰਿਹਾ। ਕੱਲ੍ਹ ਨੂੰ ਜੰਗ ਯੁੱਧ ਲੱਗ ਜਾਏ, ਪੰਜਾਬ ਦਾ ਕੋਈ ਨੌਜਵਾਨ ਫੌਜ ਵਾਸਤੇ ਫਿੱਟ ਨਜ਼ਰ ਨਹੀਂ ਆ ਰਿਹਾ। ਪਹਿਲਾਂ ਸ਼ਾਮਤ ਆਪਣੀ ਆਉਣੀ ਹੈ। ਜ਼ਿਆਦਾ ਨਾ ਕਰਨ, ਰੱਬ ਨਾ ਕਰੇ, ਭਾਖੜੇ ਦੀ ਉਹੋ ਜਿਹੀ ਗੱਲ ਹੋ ਜਾ, ਦਿੱਲੀ ਤੱਕ ਆਪਾਂ ਤਾਂ ਨਹੀਂ ਲੱਜਣਾ ਜਿਵੇਂ 88 'ਚ ਕੋਪਰੋੜੇ ਫਿਰਦੇ ਸੀ। ਸਾਹ ਸੱਤ ਖਤਮ ਹੁੰਦਾ ਜਾ ਰਿਹਾ। ਇਸ ਧਰਤੀ ਨੇ ਬੰਦਾ ਬਹਾਦਰ ਪੈਦਾ ਕੀਤਾ, ਇਸ ਧਰਤੀ ਨੇ ਬਘੇਲ ਸਿੰਘ ਪੈਦਾ ਕੀਤਾ, 21 ਵਾਰੀ ਦਿੱਲੀ ਫਤਿਹ ਕਰਨ ਵਾਲਾ। ਜੱਸਾ ਸਿੰਘ ਸੁਲਤਾਨ ਕੌਮ, ਜੱਸਾ ਸਿੰਘ ਰਾਮਗੜੀਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ। ਅੱਜ ਕਿਹੋ ਜਿਹਾ ਨਜ਼ਰ ਵੱਟੂ ਪੈਦਾ ਹੋ ਰਿਹਾ। ਇਹੀ ਪੰਜਾਬ ਹੈ। ਆਪਣੇ ਵਿਰਸੇ ਨੂੰ ਸੰਭਾਲੋ। ਜੇ ਤਾਂ ਇਹਨਾਂ ਸ਼ਹੀਦਾਂ ਦਾ ਇਤਿਹਾਸ ਪੜ੍ਹੋਗੇ, ਤੁਹਾਡੀ ਸੁੱਤੀ ਆਤਮਾ ਜਾਗੂਗੀ। ਸਾਡਾ ਵਿਰਸਾ ਸੀ, ਸਾਡਾ ਇਤਿਹਾਸ ਸੀ, ਸਾਡੇ ਕੋਈ ਏਡੀ ਮਹਾਨ ਬਾਣੀ ਸੀ। ਸਵੇਜ ਸਿੰਘ, ਸਵਾਜ ਸਿੰਘ, ਚਰਖੜੀਆਂ ਤੁੰਬੇ ਤੁੰਬੇ ਹੋ ਰਹੇ ਆ। ਪੜ੍ਹ ਕੀ ਰਹੇ ਆ? ਧਨ ਘੜੀ ਧਨ ਚਰਖੜੀ, ਧਨ ਅਦਲ ਤੁਮਾਰਾ, ਧਰਮ ਹੇਤ ਸਿਰ ਵਾਰਨ, ਇਹ ਗੁਰ ਕਹੇ ਹਮਾਰਾ। ਬੰਦ ਬੰਦ ਕੱਟ ਹੋ ਰਿਹਾ। ਭਾਈ ਸਾਹਿਬ ਭਾਈ ਮਨੀ ਸਿੰਘ ਆਰਾ ਫਿਰ ਰਿਹਾ ਤੇ ਮਤੀ ਦਾਸ ਸਾਹਿਬ ਕੀ ਪੜ੍ਹ ਰਹੇ ਆ? ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਨਾਏ, ਧਰਮ ਹੇਤ ਸਿਰ ਵਾਰਨ। ਧਰਮ ਹੇਤ ਸਿਰ ਵਾਰਨ, ਇਰਗੋ ਕਹੇ ਹਮਾਰਾ। ਇਹ ਸਾਡਾ ਗੁਰੂ ਕਹਿ ਰਿਹਾ। ਅੱਜ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਦਿਨ ਆ। ਇਸ ਦਿਨ ਤੇ ਕੁਝ ਲੈ ਕੇ ਜਾਇਓ। ਤੁਹਾਡੇ ਲਈ ਜਲੇਬੀਆਂ ਬਣਾਈਆਂ, ਬੂੰਦੀ ਬਣਾਈ, ਪਕੌੜੇ ਵੀ, ਹੋਰ ਵੀ ਪਕਵਾਨ ਬਹੁਤ ਆ, ਖੀਰ ਕੜਾ, ਇਹ ਤੁਹਾਡੇ ਲਈ ਹੈ। ਤੁਸੀਂ ਖਾਓਗੇ ਫੇਰ ਹੀ ਸਫਲ ਹੋਣਾ। ਕਈ ਮਾਈਆਂ ਲਿਫਾਫੇ ਭਾਲਦੀਆਂ ਸੀ। ਮੈਂ ਕਿਹਾ ਮਾਈ ਫਿਕਰ ਨਾ ਕਰਿਓ, ਮੁੱਕਦਾ ਨਹੀਂ। ਗੱਜ ਕੇ ਬੋਲੋ। ਕਈ ਤਾਂ ਕਹਿਣ ਬਾਬਾ ਜੀ ਬੜਾ ਲਿਫਾਫਾ ਫੜਾਇਓ। ਮੈਂ ਕਿਹਾ ਪਿੱਛੇ ਵੀ ਅੜੀਕਦੇ ਹੋਣੀ, ਕੋਈ ਗੱਲ ਨਹੀਂ, ਇਹ ਵੀ ਲੈ ਜਾਇਓ। ਚੋਰੀ ਨਾ ਕਰਿਓ, ਲੈ ਜਾਇਓ। ਇਹ ਤੁਹਾਡੇ ਲਈ ਲੰਗਰ ਆ। ਬਾਬਾ ਕਰਮ ਸਿੰਘ ਸਾਹਿਬ ਨੂੰ ਲਾਂਗਰੀਆਂ ਨੇ ਸ਼ਿਕਾਇਤ ਕੀਤੀ ਹੈ, ਫੌਜੀ ਆਉਂਦੇ ਜੀ 60-70 ਪੂੜੇ ਲੈ ਜਾਂਦੇ ਆ, ਖਰਚਾ ਬੜਾ ਹੁੰਦਾ। ਬਾਹਰੇ ਕਹਿੰਦੇ ਇਹ ਲਿਆਉਂਦੇ ਆ, ਇਹ ਪਕਾਉਂਦੇ ਵਰਤਾਉਂਦੇ ਆ। ਜਿਹਦੇ ਮੂੰਹ ਗੁਰੂ ਨਾਨਕ ਦੇ ਪੜਾਰੇ ਦਾ ਕਿਣਕਾ ਪੈ ਗਿਆ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਕਹੂਗਾ। ਇਹ ਵੀ ਬਹੁਤ ਵੱਡਾ ਪ੍ਰਚਾਰ ਆ। ਗੱਜ ਕੇ ਬੋਲੋ।
ਇਹ ਵੀ ਪ੍ਰਚਾਰ ਆ। ਮਹਾਰਾਜ ਕਹਿੰਦੇ ਲੰਗਰ 'ਚ ਸਰਫਾ ਨਾ ਕਰੋ। ਇੱਕ ਵਾਰੀ ਕਹਿੰਦੇ ਮਹਾਰਾਜ ਜਾਣਾ ਨਹੀਂ, ਤੈਂ ਤਾਂ ਗਲਜਾਰ ਲਾਉਣੀ, ਤੂੰ ਚੱਲ ਚੱਲਿਆ। ਬਸ ਕੋਈ ਗੱਲ ਨਹੀਂ, ਘਬਰਾਓ ਨਾ, ਬਸ ਥੋੜ੍ਹੇ ਮਿੰਟ ਹੋ ਰਿਹਾ, ਬੈਠੋ ਇੱਥੇ ਮੇਰੇ ਕੋਲ। ਤੁਹਾਡਾ ਤਾਂ ਨਾਮ ਬਹੁਤ ਪਿਆਰਾ ਲੱਗਦਾ ਸਾਨੂੰ। ਸੋ ਸਾਹ ਇਹ ਫੁੰਮਣ ਸੂ ਨਹੀਂ ਅਖਾੜਾ ਪੱਟ ਦੂ, ਮੈਂ ਤਾਂ ਪਟਿਆ ਅਖਾੜਾ ਜਮਾ ਦੇਣਾ। ਇੱਕ ਵਾਰੀ ਡਮੇਲੀ 'ਚ ਲਗਾ, ਇੱਕ ਗਰੁੱਪ ਨੇ ਲੈਂਦੀ ਬੀਬੀ ਨੱਚਣ ਵਾਲੀ, ਅੱਜ ਨੂੰ ਰੈਡੀਓ ਸਿੰਗਰ ਕਹਿੰਦੇ। ਦੂਆ ਸੰਤ ਕਹਿੰਦਾ ਬਾਬਾ ਜੀ ਆਪਣਾ ਕਿਵੇਂ ਹੋਊ? ਮੈਂ ਕਿਹਾ ਲੈ ਮੈਂ ਹੁਣ ਭਿੰਡਰਾਂ ਵਾਲੀ ਕੰਮ ਸ਼ੁਰੂ ਕਰ ਦੇਣੀ ਆ, ਇਲਾਕਾ ਹੀ ਆ ਜਾਊਗਾ। ਜੇ ਸ਼ੁਰੂ ਕੀਤੀ ਪਰਨ ਆ ਗਈ ਸੰਗਤ। ਮੈਂ ਕਿਹਾ ਬਾਕੀ ਇੰਤਜ਼ਾਮ ਬਾਬਾ ਜੀ ਤੁਸੀਂ ਕਰਿਓ, ਉਹ ਤੁਹਾਡੀ ਜ਼ਿੰਮੇਵਾਰੀ ਹੈ, ਸੰਗਤ ਆ ਜਾਊਗੀ। ਹੁਣ ਦੇਖੋ ਟਿਕਣ ਲੱਗ ਪਿਆ ਕਿ ਨਹੀਂ? ਆਹ ਜਲੇਬੀਆਂ ਨੇ ਉਵੇਂ ਬਦਹਜ਼ਮੀ ਵੀ ਕਰ ਦੇਣੀ ਆ। ਜੇ ਸਾਡੀ ਕਥਾ ਸੁਣ ਜਾਓਗੇ ਵੀ ਚੂਰਨ ਆ, ਇਹ ਬਦਹਜ਼ਮੀ ਨਹੀਂ ਕਰਨਗੀਆਂ। ਪਕੌੜੇ ਵੀ ਕਈ ਵਾਰ ਉਹੋ ਜਿਹਾ ਕਰ ਦਿੰਦੇ ਨਾ, ਉੱਪਰ ਛਾਲਾਂ ਲੱਗ ਜਾਂਦੀਆਂ ਨਾ ਜਿਹੜੇ ਓਵਰਲੋਡ ਹੋਇਆ ਹੋਵੇ ਕੰਮ। ਇਹ ਜਿਹੜੀ ਸਿੰਘਾਂ ਦੀ ਕਥਾ ਨਾ, ਇਹ ਤਾਂ ਅੰਦਰੋਂ ਸਾਰੀਆਂ ਬਿਮਾਰੀਆਂ ਜਮਾਂ ਦਾ ਭੈ ਵੀ ਕੱਢ ਦਿੰਦੀ ਹੈ। ਇਹ ਖਾਲਸਿਆਂ ਦਾ ਇਤਿਹਾਸ ਹੈ, ਸਰ ਖਾਲਸਿਆਂ ਦਾ। ਸੋ ਇਸ ਕਰਕੇ ਪਿਆਰਿਓ, ਹੁਣ ਇਹ ਸਿੰਘਾਂ ਨੇ, ਅੱਜ ਇਹ ਸਿੰਘਾਂ ਦੀ ਧਰਤੀ ਹੈ। ਜਿਹੜੀ ਸਰਕਾਰ ਨੇ ਇਹਨਾਂ ਦੇ ਸਥਾਨਾਂ ਨੂੰ ਢਾਇਆ, ਸਰੋਵਰ ਪੂਰੇ ਗਧਿਆਂ ਦੇ ਹਲ ਪਜਾਲੇ ਹਲ ਵਾਇਆ, ਉਸੇ ਸਰਕਾਰ ਵਿੱਚ ਖਾਲਸਿਆਂ ਨੇ ਫੇਰ ਬਣਾਏ। ਔਰ ਉਹ ਜਨਮ ਭੂਮੀ ਦਾ ਕਿੰਨਾ ਚਿਰ ਦਾ ਆਈ ਜਾਂਦਾ, ਹਾਲੇ ਤੇ ਨਹੀਂ ਬਣਾ ਸਕੇ। ਸੱਤਾ ਵੀ ਨਾ ਕੋਲਿਆ, ਪਰ ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਦੀ ਤਾਕਤ ਹੈ। ਇਹ ਮਹਾਰਾਜ ਦਾ ਬਾਲਿਆ ਇਹਨਾਂ ਨਾ ਕੋ, ਇਹਨਾਂ ਦੇ ਪਿੱਛੇ ਕੋਈ ਜੀਂਦੀ ਜਾਗਦੀ ਹਸਤੀ ਹੈ। ਉਹ ਹੈ ਕਲਗੀਆਂ ਵਾਲੇ ਪਾਤਸ਼ਾਹ, ਬਾਜਾਂ ਵਾਲੇ ਪਾਤਸ਼ਾਹ। ਆ ਲਓ ਗੱਜ ਵੱਜ ਕੇ ਪੜ੍ਹਿਓ। ਤੀਰ ਕਮਾਨਾਂ ਵਾਲੇ ਆਓ, ਸੋਹਣੀ ਕਲਗੀ ਵਾਲੇ ਆਓ, ਨੀਲੇ ਘੋੜੇ ਵਾਲੇ ਆਓ, ਉੱਚੀਆਂ ਛਾਨਾਂ ਵਾਲੇ ਆਓ, ਫੌਜਾਂ ਵਾਲੇ ਆਓ, ਮੌਜਾਂ ਵਾਲੇ ਆਓ, ਕਲਗੀਆਂ ਵਾਲੇ ਆਓ, ਗੁਰੂ ਗੋਬਿੰਦ ਸਿੰਘ ਜੀ ਆਓ। ਇਹ ਹੈ ਉਹਨਾਂ ਦਾ। ਤੁਹਾਡੇ ਕੋਲ ਐਡਾ ਇਤਿਹਾਸ ਕਿੱਧਰ ਚੱਲ ਪਿਆ? ਇਹ ਗੁਰੂ ਨਾਨਕ ਪਾਤਸ਼ਾਹ ਨੇ ਸਿੱਕਾ ਮਾਰਿਆ। 239 ਸਾਲ ਸਿੱਖ ਨੂੰ ਪਰਫੈਕਟ ਜੀਵਨ ਬਣਾਉਣ ਤੇ ਮਹਾਰਾਜ ਨੇ ਲਾਏ। 239 ਸਾਲ, 1469 ਤੋਂ ਲੈ ਕੇ 1708 ਤੱਕ। ਐਵੇਂ ਨਹੀਂ ਸਿੱਖ ਬਣ ਗਿਆ, ਇੰਨੀ ਮਿਹਨਤ ਕੀਤੀ ਹੈ। ਅੱਜ ਗੁਰੂ ਨਾਨਕ ਸਾਹਿਬ ਦਾ ਸਿੱਖੀ ਦੀ ਪਰਖ ਹੋਣ ਲੱਗੀ ਹੈ, ਸਾਰੇ ਗੁਰੂਆਂ ਨੇ ਕੀਤੀ ਹੈ। ਜਿਹੜੇ ਪਰਖ ਹੋਣ ਲੱਗੀ ਨਾ, ਹੁਣ ਤਾਂ ਪ੍ਰਚਾਰਕਾਂ ਦਾ ਦੁਬਾਲਾ ਨਿਕਲੀ ਜਾਂਦਾ। ਮੀਂਹ ਬਹੁਤ ਆ ਗਿਆ, ਹਨੇਰੀ ਬੜੀ, ਗੜੇ ਪੈਣ, ਕਹਿੰਦੇ ਮਹਾਰਾਜ ਬਾਲਣ ਭਿੱਜ ਗਿਆ ਲੰਗਰ। ਮਹਾਰਾਜ ਕਹਿੰਦੇ ਆ ਕਿਕਰਾਂ ਤੇ ਚੜ੍ਹ ਕੇ ਹਲੂਣਾ ਦਿਓ। ਲੈ ਮਹਾਰਾਜ ਇਹ ਗੱਲ ਕਿਵੇਂ ਹੋ ਜੂ? ਲੋਕ ਟਿਚਣਾ ਕਰਨਗੇ। ਸਾਰੇ ਭੱਜ ਗਏ। ਜੇਲੇ ਆ ਗਈ ਪਾਈ ਲੈਣੇ ਦੀ ਵਾਰੀ। ਉਹ ਕਹਿੰਦੇ ਮੇਰੇ ਸਤਿਗੁਰ ਜੋ ਮਰਜ਼ੀ ਕਰ ਸਕਦੇ ਆ। ਉਹ ਸਮਰੱਥ ਆ, ਸਰਬੱਗ ਆ, ਉਹ ਆਕਾਸ਼ ਤੋਂ ਮੀਂਹ ਬਰਾ ਸਕਦੇ ਮਠਿਆਈਆਂ ਦਾ। ਹਲੂਣਾ ਦਿੱਤਾ, ਸਾਰਾ ਕੁਝ ਆ ਗਿਆ। ਹੁਣ ਅੱਜ ਦੇ ਪ੍ਰਚਾਰੇ ਕਹਿੰਦੇ ਇਹ ਕਿਵੇਂ ਹੋ ਗਿਆ? ਕਰਨ ਵਾਲੇ ਨੇ ਕਰਾ ਲਿਆ, ਹਲੂਣਾ ਦੇਣ ਵਾਲੇ ਝਾੜ ਕੇ ਦਿਖਾਲਤਾ, ਰਜਾਉਣ ਵਾਲੇ ਨੇ ਰਜਾ ਦਿੱਤਾ। ਇਹਨਾਂ ਦਾ ਢਿੱਡ ਐਵੇਂ ਫੁੱਲੀ ਜਾਂਦਾ, ਲੋਕਾਂ ਨੂੰ ਨਿਸ਼ਰਦਾ ਕਰਨ ਦਾ। ਨਾਸਤਕ ਬੰਦੇ। ਜਦੋਂ ਪ੍ਰਚਾਰਕ ਦੀ ਸ਼ਰਧਾ ਨਹੀਂ ਤੇ ਉਹਦੇ ਸਰੋਤਿਆਂ ਦੇ ਵਿੱਚ ਸ਼ਰਧਾ ਕਿੱਥੋਂ ਆ ਜਾਊਗੀ? ਇਹ ਕਹਿੰਦੇ ਅਸੀਂ ਗੁਰਮਤਿ ਪ੍ਰਚਾਰ ਕਰਦੇ ਹਾਂ। ਗੁਰਮਤਿ ਕਿ ਮਨਮਤਿ? ਅੱਕਾਂ ਦੀਆਂ ਕੁਕੜੀਆਂ ਅੰਬ ਬਣਾ ਕੇ ਖਿਲਾਤੀਆਂ। ਕੁਕੜੀ ਨੂੰ ਕੌਣ ਪੈਦਾ ਕਰਦਾ? ਉਹ ਵੀ ਗੁਰੂ ਨਾਨਕ। ਅੰਬ ਨੂੰ ਪੈਦਾ ਕਰਦਾ ਉਹ ਕੌਣ? ਰੀਠੇ ਨੂੰ ਕੌੜਾ ਕੌਣ ਕਰਦਾ? ਜਿਹੜਾ ਕੌੜਾ ਮਿੱਠਾ ਵੀ ਕਰ ਸਕਦਾ। ਇਹ ਤਾਂ ਉਹਦੀ ਸ਼ਕਤੀ ਹੈ। ਪੱਥਰਾਂ 'ਚ ਪੰਜੇ ਲਾ ਦਿੰਦਾ, ਚਰਨ ਛੁਆ ਕੇ ਚਸ਼ਮੇ ਵਗਾ ਦਿੰਦਾ। ਇਹ ਨਹੀਂ ਵੀ ਰੀਠਾ ਮਿੱਠਾ ਕੀਤਾ ਸੀ, ਅੱਜ ਵੀ ਮਿੱਠਾ ਹੈ।
ਇਹ ਨਹੀਂ ਪੰਜਾ ਲਾਇਆ ਸੀ, ਅੱਜ ਵੀ ਲੱਗਾ ਹੋਇਆ। ਇਹ ਨਹੀਂ ਚਰਨ ਛੁਆ ਕੇ ਚਸ਼ਮਾ ਵਗਾਇਆ, ਅੱਜ ਵੀ ਵਗ ਰਿਹਾ। ਬੋਲੇ ਸੋ ਨਿਹਾਲ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਏ। ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਆਪਾ, ਤੂੰ ਚੋ ਸੱਜਣ ਬੋਲਦੇ ਨਹੀਂ, ਸੰਗਤ 'ਚ ਬੈਠੇਂਗੇ ਸਿਲਮੇ 'ਚ। ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਅਤਾਰ, ਨੈਣ ਮਿਹੰਜੇ ਤਰਸ ਦੇ ਕਦ ਪੱਸੀ। ਜੇ ਤਾਂ ਮਨ 'ਚ ਇੱਛਾ ਨਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੀ, ਮਨ ਬਣਾ ਲਓਗੇ, ਪਤਾ ਨਹੀਂ ਕਿਹਦੇ ਤੇ ਕਿਰਪਾ ਕਰ ਜਾਣੀ ਹੈ। ਆ ਚੂਹੀ ਸਿੱਟਿਆ ਬਾਹਰ ਬਈ, ਚੂਹੀ ਲਟੈਣ ਤਾਂ ਨਾ ਤੁਹਾਡੇ ਘਰ ਚੂਹੀ ਮਰ ਜਾ, ਸਿੱਟਦੇ ਹੀ ਆ। ਲੈ ਮਹਾਰਾਜ ਚੂਹੀ ਸੁੱਟੀ ਹੈ, ਹੁਕਮ 'ਚ ਸਿੱਟਣੀ ਬਹੁਤ ਔਖੀ ਹੈ। ਆ ਕਟੋਰਾ ਗੰਦੇ ਨਾਲੇ ਉਹ ਕੱਢ ਲਿਆ, ਲੈ ਮਹਾਰਾਜ ਹੋਰ ਕਟੋਰੇ ਥੋੜੇ ਪਏ ਆ, ਪਰ ਲੈਣੇ ਨੇ ਮੰਨਿਆ। ਜਿਨ ਮੰਨਿਆ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰ ਕਾ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਤਾਂ ਪੜ੍ਹਾਈ ਹੁਕਮ ਦੀ ਹੈ, ਹੁਕਮ ਦੀ ਪੜ੍ਹਾਈ ਗੁਰੂ ਨਾਨਕ ਸਾਹਿਬ ਦੇ ਘਰ। ਫਿਰ ਸਾਧ ਸੰਗਤ ਜੀ ਕੱਪੜੇ ਧੋ ਲਿਆ। ਆ ਦੇਖਦਾ ਰਾਤ ਕਿੰਨੀ ਹੈ, ਮਹਾਰਾਜ ਹਾਲੇ ਤਾਂ ਖਿੱਤੀਆਂ ਉੱਥੇ, ਤਾਰੇ ਉੱਥੇ, ਆਧੀ ਰਾਤ ਹੈ। ਇਸ ਤਰ੍ਹਾਂ ਜਿਹੜੇ ਭਾਈ ਲੈਣੇ ਨੂੰ ਮਹਾਰਾਜ ਜਿੰਨੀ ਰਾਤ ਬਤਾਈ ਬੀਤੀ ਹੈ, ਜਿੰਨਾ ਦਿਨ ਚੜਾਇਆ ਚੜਿਆ, ਉਹ ਦਿਨ ਨੂੰ ਰਾਤ ਬਣਾ ਸਕਦੇ, ਰਾਤ ਨੂੰ ਦਿਨ ਬਣਾ ਸਕਦੇ ਆ। ਉਹ ਧੋ ਕੇ ਸੁਕਾ ਵੀ ਲਿਆਏ। ਆ ਜਾ ਪੁਰਖਾ, ਤਾਕਤ ਤੇ ਬਾਲ ਲਿਆ। ਬਾਬਾ ਬੁੱਢਾ ਸਾਹਿਬ ਨੂੰ ਹੁਕਮ ਹੋ ਗਿਆ, ਲਿਆਓ ਕੇਸਰ ਚੰਦਨ 5 ਪੈਨ ਨਲੇਰੀਅਰ, ਲਾਓ ਤਿਲਕ 4 ਪ੍ਰਕਰਮਾਂ ਕਰਕੇ, ਨਾਰੀਅਲ 5 ਪੈਸੇ, ਨਮਸਕਾਰ ਕਰ ਦਿੱਤੀ। ਮੁਖੀ ਸਿੱਖਾਂ ਤੋਂ ਕਰਾਈ, ਸੰਗਤ ਤੋਂ ਹੁਕਮ ਕਰਤਾ, ਜਾਓ ਹੁਣ ਖਡੂਰ ਸਾਹਿਬ। ਫੇਰ ਵਸਾਇਆ ਫੇਰ ਅਣ ਸਤਿਗੁਰ ਖਾਡੂਰ। ਹੁਕਮ ਮੰਨ ਕੇ ਇੱਥੇ ਆ ਗਏ, ਪਰ ਵਿਛੋੜਾ ਨਹੀਂ ਚੱਲ ਸਕੇ। ਕਿਸੇ ਹੀ ਕੋਈ ਕੋਏ ਮੰਝਨ ਮਾਣੀ, ਇੱਕ ਤੂੰ ਕਿਉਂ ਨਾ ਮਰੀਜਾ ਰੋਏ, ਜਾਂ ਲੱਗ ਚੇਤਨਾ ਆ ਵੀ। ਕੋਠੇ 'ਚ ਬਹਿ ਗਿਆ, ਬਾਹਰੋਂ ਲਿਪ ਦਿੱਤਾ ਵਿਛੋੜਾ। ਬਿਰਹਾ ਬਿਰਹਾ ਆਖੀਆ ਬਿਰਹਾ ਤੂੰ ਸੁਲਤਾਨ, ਜਦਗੜ ਬਿਰਹਾ ਨੂੰ ਉਪਜੈ ਸੋ ਤਨ ਜਾਣ ਮਸਾਨ। ਅੱਜ ਵੀ ਸੰਗਤਾਂ ਨੂੰ ਵਿਛੋੜਾ ਕੇ ਸ਼੍ਰੀਮਾਨ ਬਾਬਾ ਰੋਸ਼ਨ ਸਿੰਘ ਦੇ ਦਰਸ਼ਨ ਨਹੀਂ ਹੋ ਰਹੇ। ਗੱਜ ਕੇ ਬੋਲੋ। ਮਹਾਂਪੁਰਖਾਂ ਦੀ ਵੀ ਆਪਣੀ ਜਗ੍ਹਾ ਹੁੰਦੀ ਹੈ ਨਾ, ਆਪਣਾ ਸਥਾਨ ਹੁੰਦਾ ਹੈ। ਉਹ ਸ਼ਿਵ ਜੀ ਦੇ ਗਲ 'ਚ ਸੱਪ ਸੀ ਨਾ, ਫੂੰ ਫੂੰ ਕਰੇ, ਨਾਰਦ ਆ ਗਿਆ, ਕਹਿੰਦੇ ਬੈਠਾ ਰਹਿ। ਸ਼ਿਵ ਜੀ ਦੇ ਗਲ 'ਚ ਕਰਕੇ ਤੈਨੂੰ ਵੀ ਮੱਥਾ ਟੇਕੀ ਜਾਂਦੇ, ਭੁੰਨੇ ਆ ਜਾ। ਅਸਥਾਨੰਗ ਪ੍ਰਧਾਨੰਗ ਨਚ ਜਨਮੰਗ ਪ੍ਰਧਾਨ, ਅਸਥਾਨ ਦੀ ਬਣਾ ਥੱਲੇ ਆ ਜਾ, ਹੁਣੇ ਸਿਰੀ ਭੰਨ ਦਿਆਂਗੇ। ਵਡਿਆਈ ਅਸਥਾਨ ਦੀ ਹੁੰਦੀ ਹੈ। ਰਾਗੀ ਕੀਰਤਨ ਕਰਕੇ ਗਾਇਆ, ਰਾਗੀ ਸਾਰੇ ਸਤਿਕਾਰਯੋਗ ਆ, ਪਰ ਗੁਰੂ ਰਾਮਦਾਸ ਸਾਹਿਬ ਦੇ ਅਸਥਾਨ 'ਤੇ ਕਰਕੇ ਆਪਾਂ ਕਿੰਨਾ ਸਤਿਕਾਰ ਕਰਦੇ ਹਾਂ। ਵੱਡਿਆਂ ਨਾਲ ਪੂਜਾ ਹੁੰਦੀ ਹੈ, ਪਰ ਭੁੱਲ ਨਹੀਂ ਜਾਣਾ ਚਾਹੀਦਾ। ਜੇ ਆਪਣੀ ਹੋਂਦ ਬਣਾ ਲਈਏ, ਪਾਣੀ ਦਰਿਆ 'ਚੋਂ ਬੁਲਬੁਲਾ ਬਣਦਾ, ਦਰਿਆ ਤੋਂ ਬਿਨਾਂ ਉਹਦੀ ਔਕਾਤ ਕੀ ਹੈ? ਉਹ ਦਰਿਆ ਨਾਲ ਹੀ ਹੈ। ਵੱਡਿਆਂ ਨਾਲ ਸੋਭਾ ਹੁੰਦੀ ਹੈ, ਬੱਚਿਆਂ ਦੀ ਮਾਤਾ ਪਿਤਾ ਨਾਲ, ਸੰਸਥਾ ਵਿੱਚ ਮੁਖੀ ਮਹਾਂਪੁਰਖਾਂ ਦੇ ਨਾਲ। ਸੋ ਸਾਧ ਸੰਗਤ ਜੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਸਰੂਪ 'ਚ ਵਿਚਰ ਰਹੇ ਆ। ਭਾਈ ਕਮਲੀਆ ਜੀ ਨੂੰ ਕਹਿਣ ਲੱਗੇ, ਭਾਈ ਸਧਾਰਨ ਬੂੜਾ ਢਿੰਗੋ ਨਾਈ, ਇਹ ਸਿੱਖ ਸੇਵਾ 'ਚ ਜਾ ਸਾਡੇ ਘੋੜੇ ਵਾਸਤੇ ਘਾਹ ਖੋਤ ਕੇ ਲਿਆ, ਹਰਾ ਹਰਾ ਖੱਬਲ
ਹੁਣ ਅੱਜ ਦਾ ਸਿੱਖ ਕੋ ਮੈਂ ਘਾਹ ਖੋਤਾਂ, ਗੱਜ ਕੇ ਬੋਲੋ ਮੈਂ ਤਾਂ ਬਹੁਤ ਵੱਡਾ ਬਾਬਾ। ਹੁਣ ਤੱਕ ਇਹ ਕਹਿ ਭਾਈ ਕਹਦੇ ਇੰਨੇ ਨੇ ਬੜੇ ਨਾਰਾਜ਼ ਹੁੰਦੇ ਵੀ ਮੈਨੂੰ ਭਾਈ ਕਹਿਤਾ, ਗੱਜ ਕੇ ਬੋਲੋ। ਹਾਲੇ ਭਾਈ ਸਾਹਿਬ ਦਾ ਬਹੁਤ ਵੱਡਾ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਤਾਰੂ ਸਿੰਘ ਜੀ। ਸੋ ਸਾਧ ਸੰਗਤ ਜੀ, ਉਹ ਤਾਂ ਸਤਵਚਨੀ ਸੀ ਨਾ। ਚਲ ਇਹਨਾਂ ਨੂੰ ਤਿੰਨ ਦਿਵ ਮਹਾਂਪੁਰਖ ਆਵੇ, ਕਿਆ ਕਰ ਰਹੇ ਹੈ? ਗੁਰੂ ਸਾਹਿਬ ਦੇ ਘੋੜੇ ਵਾਸਤੇ ਘਾਹ ਖੋਤ ਰਹੇ ਹੈ। ਘਾਹ ਤੇ ਬਹੁਤ ਆ, ਉਹ ਦ੍ਰਿਸ਼ਟੀ ਕੋਈ ਬੜਾ ਢੇਰ ਬਣ ਗਿਆ, ਲੈ ਜਾ ਜਿੰਨਾ ਲੋੜ ਆ। ਇੱਕ ਪੋਟਲੀ ਫੜਾ ਦਿੱਤੀ ਭਗਵੇਂ ਵਸਤਰ 'ਚ, ਇਹ ਲੈ ਜਾਓ, ਸਾਡਾ ਸੁਨੇਹਾ ਦੇ ਦਿਓ। ਪੰਡਵ ਨਹੀਂ ਆ ਗਿਆ, ਮਹਾਰਾਜ ਕਹਿੰਦੇ ਵੀ ਇੰਨੀ ਛੇਤੀ ਆ ਗਿਆ, ਚੋਰੀ ਤੇ ਨਹੀਂ ਚੁੱਕ ਲਿਆ? ਸਾਡੇ ਘੋੜੇ ਨੂੰ ਚੋਰੀ ਦਾ ਘਾਹ ਨਹੀਂ ਪਾਉਣਾ। ਮਹਾਰਾਜ ਕਹਿੰਦੇ ਘੋੜੇ ਨੂੰ ਨਹੀਂ ਪਾਉਣਾ, ਅਸੀਂ ਨਿਆਣਿਆਂ ਨੂੰ ਚੋਰੀ ਦਾ ਮਾਲ ਖਿਲਾਈ ਜਾਂਦੇ ਹਾਂ। ਕਿ ਜਿਹੜਾ ਮਾੜਾ ਮੋਟਾ ਇਹਨਾਂ ਦਾ ਤਾਪ ਉਹ ਵੀ ਨਾਸ ਹੋ ਜਾਏ। ਪਾਤਸ਼ਾਹ ਦਾ ਤਾਂ ਹੁਕਮ ਸੀ ਨਾ, ਹੱਕ ਪਰਾਇਆ ਨਾਨਕਾ ਉਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਮ ਮੁਰਦਾਰ ਨਾ ਖਾਏ। ਹੁਣ ਇਹ ਸਾਡਾ ਦੇਸ਼ ਕਿੱਧਰ ਤੁਰ ਪਿਆ? ਕਿਸੇ ਪਾਸੇ ਚੱਲ ਜਾਓ, ਬਿਨਾਂ ਵੱਡੀ ਸਿਫਾਰਿਸ਼ ਹੈ ਕੋਈ ਕੰਮ? ਪਰ ਮਹਾਰਾਜ ਕਹਿੰਦੇ ਵੱਡੀ ਲੈ ਕੇ ਦਿਨ ਗਵਾਹੀ ਦੁਰਮਤ ਕਾ ਗਾਲ ਫਾਹਾ ਹੈ। ਜਿਹਦਾ ਬਾਣੀ ਸੁਣ ਫਿਰ ਤਾਂ ਚੇਤਾ ਰਹੇ, ਇਹ ਲੇਖਾ ਦੇਣਾ ਵੀ ਪੈਣਾ। ਮਾਲਕ ਭਾਗੋ ਖਲੋਂਦਾ, ਪੂੜੇ ਖਾਂਦੇ ਨਹੀਂ ਤੇ ਲਾਲੋ ਦਾ ਕੋਧਰੇ ਦਾ ਖਾ ਰਹੇ ਆ। ਆਪ ਜਾ ਕੇ ਧਰਮ ਦੀ ਕਿਰਤ ਨੂੰ ਮਹਾਨਤਾ ਦਿੱਤੀ ਪਾਤਸ਼ਾਹ ਨੇ। ਸਾਧ ਸੰਗਤ ਜੀ ਕਹਿੰਦੇ ਨਹੀਂ ਮਹਾਰਾਜ, ਮੈਂ ਘਾਹ ਖੋਤ ਰਿਹਾ ਸੀ, ਤਿੰਨ ਦਿਵ ਪੁਰਸ਼ ਆਏ, ਉਹਨੇ ਕਿਹਾ ਘਾਹ ਬਹੁਤ ਆ, ਦੇਖਦੇ ਬੜਾ ਢੇਰ ਬਣ ਗਿਆ, ਆਹ ਸੁਨੇਹਾ ਦੇ ਗਏ। ਮਹਾਰਾਜ ਕਹਿਣ ਲੱਗੇ ਉਹ ਤਾਂ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ, ਅਕਾਲ ਪੁਰਖ ਦਾ ਸੁਨੇਹਾ ਲੈ ਕੇ ਆਏ ਸੀ। ਕਮਲਿਆ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ, ਮੈਂ ਸੁਨੇਹਾ ਕਾਹਲੇ ਲਿਆਉਣਾ ਸੀ? ਕਹਿੰਦੇ ਸਾਰਾ ਅਕਾਲ ਦੇ ਹੁਕਮ 'ਚ, ਉਹਦੇ ਭਾਣੇ ਵਿੱਚ। ਫਿਰ ਮਹਾਰਾਜ ਨੇ ਅਨਾਊਂਸਮੈਂਟ ਕਰਤੀ, ਫਲਾਣੇ ਦਿਨ ਇੰਨੇ ਵੱਜ ਕੇ ਇੰਨੇ ਮਿੰਟ ਸਕਿੰਟ ਤੇ ਅਸੀਂ ਸੱਚਖੰਡ ਜਾ ਰਹੇ ਹਾਂ। ਇਹ ਥੋੜੇ ਪੇ ਹਾਰਟ ਫੇਲ, ਕੋਈ ਮਰ ਗਿਆ, ਕੋਈ ਸ਼ੂਗਰ ਘਟ ਗਈ ਤਾਂ ਮਰ ਗਿਆ, ਬਲੱਡ ਪ੍ਰੈਸ਼ਰ ਜ਼ਿਆਦਾ ਹੋ ਗਿਆ, ਨਾਲੀ ਫਟ ਗਈ। ਅੱਜ ਕੱਲ੍ਹ ਗੁਰੂ ਬਹੁਤ ਕੋ ਹੁੰਦੇ ਆ, ਪੁੱਛ ਲਿਓ ਕਿਸੇ ਨੂੰ ਕੋਈ ਬਿਮਾਰੀ, ਕਿਸੇ ਨੂੰ ਕੋਈ ਹੈ। ਉਹ ਗੁਰੂ ਕਾਹਦਾ ਜਿਹਨੂੰ ਬਿਮਾਰੀ ਹੋਈ? ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ, ਜੋ ਜੋ ਦੀਸੈ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਦਪਾਲਪੁਰ ਗਿਆ ਕੋੜਾ ਰੋ ਰਿਹਾ, ਸ਼ਬਦ ਪੜਿਆ ਜਿਉ ਤਪਤ ਹੈ ਬਾਰੋ ਬਾਰ, ਨਾਲੇ ਕੋੜ ਹਟਾ ਤਾ। ਪੰਜਵੇਂ ਪਾਤਸ਼ਾਹ ਦਰਬਾਰ ਜਾਂਦੇ ਸੀ, ਪੰਗਤਾਂ ਬੈਠੀਆਂ ਹੁੰਦੀਆਂ ਸੀ, ਦ੍ਰਿਸ਼ਟੀ ਪਾ ਕੇ ਰਾਜੀ ਕਰੀ ਜਾਂਦੇ ਸੀ। ਧੰਨ ਬਾਬਾ ਕਰਮ ਸਿੰਘ ਸਾਹਿਬ ਦੇ ਕੋਲ ਗੰਡਾ ਮਲ, ਬੜੀ ਗਰੀਬੀ, ਮਹਾਰਾਜ ਕਿਰਪਾ ਕਰੋ। ਮਹਾਰਾਜ ਦੀ ਚਬਾਨ ਦੀ ਸੇਵਾ ਕਰਦਾ ਸੀ, ਗੜੀ ਪਿੰਡ ਦਾ। ਮਹਾਰਾਜ ਕਹਿੰਦੇ ਕਾਰੋਬਾਰ, ਕਹਿੰਦੇ ਮਹਾਰਾਜ ਹੈ ਕੁਛ ਨਹੀਂ, ਕਹਿੰਦੇ ਆਲਾ ਜਿਉਂ ਵਧਿਆ, ਕਹਿੰਦੇ 2 ਸੁਖਮਣੀ ਪੜਿਆ ਕਰ ਦੁਕਾਨ ਤੇ, 5 ਪੜ੍ਹ ਲੈਂਦੇ ਬਹੁਤ ਵਧੀਆ, ਕਿਰਪਾ ਹੋ ਗਈ। ਫਿਰ ਪੁੱਤ ਦਾ ਜਿਹੜਾ ਪੈਰ ਸੀ ਉਹ ਭੜੋਲੇ ਵਾਂਗ ਸੁੱਜ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਫਿਰ ਆ ਗਿਆ ਮਹਾਰਾਜ ਕੋ, ਧੰਨ ਬਾਬਾ ਕਰਮ ਸਿੰਘ, ਐਂ ਉਂਗਲ ਲਾਤੀ, ਉਹ ਜ਼ਖਮ ਫੁੱਟ ਗਿਆ, ਸਾਰੀ ਪਾਕ ਨਿਕਲ ਗਈ ਤੇ ਠੀਕ ਠਾਕ ਹੋ ਗਿਆ। ਜਿਹੜੇ ਸਮਰੱਥ ਪੁਰਸ਼ ਆ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਦਾਰਿਓ। ਜਿਹੜੇ ਅਭੇਦ ਪੁਰਸ਼ ਆ, ਉਹਨਾਂ 'ਚ ਵੀ ਉਹੀ ਕਲਾ ਆ ਜਾਂਦੀ ਹੈ। ਪਾਰਸ ਜਿਹੜਾ ਲੋਹੇ ਜਾਂ ਹੋਰ ਧਾਤਾਂ ਨੂੰ ਸੋਨਾ ਬਣਾ ਸਕਦਾ, ਪਾਰਸ ਆਪਣਾ ਰੂਪ ਨਹੀਂ ਦਿੰਦਾ। ਬਾਵਨ ਚੰਦਨ ਉਹ ਵੀ ਇਵੇਂ ਹੀ ਆ, ਕੁਝ ਦਰਖਤਾਂ ਨੂੰ ਆਪਣਾ ਰੂਪ ਨਹੀਂ ਦਿੰਦਾ। ਪਰ ਜਨ ਦੀਪਕ ਤੇ ਦੀਪ ਜਗਾਇਓ, ਮਹਾਰਾਜ ਆਪਣੇ ਗੁਰਸਿੱਖਾਂ ਅੰਦਰ ਆਪਣੀ ਕਲਾ ਰੱਖ ਕੇ ਆਪਣੇ ਸਰੂਪ ਦੇ ਦਿੰਦੇ ਆ। ਸਮਰੱਥ ਜਿਹੜੇ ਆ, ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ, ਹਰ ਹਰ ਜੰਦੂ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਸੋ ਸਾਧ ਸੰਗਤ ਜੀ, ਹੁਣ ਤਿਆਰੀ ਹੋ ਗਈ ਤੇ ਮਾਤਾ ਜੀ ਕਹਿੰਦੇ ਗੱਦੀ ਦੇ ਦਿੱਤੀ ਸੇਵਕ ਨੂੰ, ਪੁੱਤਰ ਰਹਿ ਗਏ।
महाराज कहन लगे ये तो भाई तख्त के उपर सो बह जे तख्ते लायक होई चाहते सारे है, पर यह वड्याई उन्होंने मिलनी जिन्होंने करते पुरख ने देनी है। सो साध संगत जी कहन लगे चंगा फिर असीं समाउणा, सुनेहा भेजिया, कहंदे ले आओ भी कोई समाया। महाराज ने लीला वरताती। हुण अरदास करन लग पए, महाराज 4 पैर दर्शन दो। महाराज हाजिर हो गए, कहंदे तुसीं 4 पैरे मंगे आ, 4 जुग मंगते रह पंदे। कहंदे महाराज कला तो सारी देती, सेवक नूं असीं भी तुहाडे पुत्तर हां, तुहाडी अंश हां। कहंदे तुहाडे जवीरी दी सिद्धि रहेगी। गज के बोलो। ये तो इस घर के कुत्तियां भी बरकत रहूगी। हाजी मस्कीन, हाजी रतन अधरंग ना मारिया गया पासे, घरदियां ने छड़ता, घर वाली न्याणे लैके पेकी चल गई। हजूर साहब के इलाके की गल है। उन तरला किया, जिहड़ी संगत जाती सी वो गड्ढे ते पा के सचखंड लै। उत्थे उस दिन होले महल्ले का त्यौहार सी, नगर कीर्तन की तैयारी, 5 प्यारे महाराज सवारी तैयार हो रहा सी, सारा कारज। उत्थे महाराज ने घोड़े रखे, घोड़ा छुट के आ गया मताना होके, उहदे पैरों नूं सूंघिया, लत्तां नूं सूंघिया, सिर नूं, बस शरीर हरकत देखदे अधरंग उड़ गया, घोड़ा वापस लौट गया। उन्होंने कहा कलगियां वालिया तू धन आ, तेरे घोड़ियां च भी बरकत आ। बस महाराज ने अरदास की, कारोबार फड़ दड़ के शुरू किया। इन्ना वाधा हो गया, बसां का ट्रांसपोर्टर बन गया। 101 बस पै गई। हर बस विच कलगियां वाले की तस्वीर। एक सिख फौजी सूबेदार बस च चढ़िया, दूजियां देखियां सारियां महाराज फोटो, कहंदे तो बड़े कट्टर आ फोटो महाराज दी। जी उन्होंने पुछ के दफ्तर चले गया, कहंदे आओ सरदार साहब। कहंदे मैं बचन पूछना कि आ गल। कहंदे तुहाडा इहदे नाल की मतलब, मेरी पर्सनल लाइफ है। कहंदे महाराज छांके नहीं, बेनती ली। उन्होंने फिर दसिया मैनू अधरंग हो गया सी, मेरी घर वाली बच्चे लैके पेके चल गई सी, मैं रुलदा फिरदा सी। संगत नूं बेनती, वो गड्ढे ते हजूर साहब के बूहे मुहरे लाता। उत्थे नगर कीर्तन महाराज का घोड़ा छू के चले गया। आ देनिया ये सारी कलगियां वाले पातशाह की किरपा। अज सानू नहीं भरोसा, हुण कबरां ते दीवे बालदियां फिरदियां मड़ियां ते। महाराज का हुक्म जी, गोर मड़ी मट भूल ना माने, खालसा ताहि नखाल जाने। सारिਆਂ ਨੂੰ ਵੱਧ खबर ਤੁਹਾਡੇ इलाके ਦੀਆਂ ਆਉਂਦੀਆਂ कि लीडर अगवाई करते होंगे। गज के बोलो। गुरु ग्रंथ गुरु नानक घर तो लोगों ने समझ लिया हुण खाली हो गया। कोई अन्ने का कोई अन्ने का कोई हन्ने का कोई पहाड़ों वाली रन्ने का, ढोल ढमाका सरवर का ते हिरवस बाबे नानक दी। ये घर जड़ा कदी ऊना होने वाला नहीं, इस घर ते साडा भरोसा नहीं। ते जड़े घर कदी भरे नहीं उत्थे भटकते फिरदे हैं। गुर पूरा भेटियो बड़भागी मने भया परगासा, कोई ना पहुँचन हारा दूजा अपने साहिब का परवासा। मकसूद पूरी सुन लो ध्यान नाल इलाके वालिओ। तुहाडे पिंड दा ही वाकिया ना, बाबा माझा सिंह यतीम हो गया सी, खोटा 17 दसदे सी। ये धन बाबा करम सिंह धन गुरु नानक का घर आ। नीचों ऊच करे मेरा गोबिंद काहू ते ना डरै। ते तुहाडा भरोसा क्यों नहीं वजदा? ये तुहाडे सामने मिसाल आ ना। बाबा करम सिंह कहन लगे, बाबा माझा सुन ने कहा मैनू शब्द सुना। ये शब्द पता किहड़ा पढ़िया? दर मांदे ठाडे दरबार, तुझ बिन सुरत करे को मेरी, दर्शन दीजै खोल कवार, तुम तन धनी उदार त्यागी, श्रवणन सुनिय सुजस तुमार, मांगो काहे रंक सब देखो,
तुझ ही ते मेरो निस्तार। जैदो नामा बिप सधामा तिनको कृपा भई है अपार। कहो कबीर तुम समरथ दाते चार पदार्थ देत ना बार। ਜਿਹੜੇ ਖੋਟਾ ਸਤਾਰਾ ਦੱਸਦੇ ਸੀ ਅੱਜ ਉਹਨਾਂ ਦੀਆਂ ਅੱਖਾਂ ਉਗੜੀਆਂ ਨਹੀਂ, ਲੰਗਰ ਕਿਵੇਂ ਚੱਲ ਰਹੇ ਆ। ਬਲੈਚ ਬੈਠੇ ਸੀ ਕਰਨੈਲ ਸਿੰਘ ਦੇ ਘਰ, ਬਾਬਾ ਰੋਸ਼ਨ ਸਿੰਘ ਜੀ ਕਹਿਣ ਲੱਗੇ ਮਹਾਰਾਜ, ਕਹਿੰਦੇ ਮਹਾਰਾਜ ਸਾਡੇ ਬਜ਼ੁਰਗ ਮਜ਼ਦੂਰੀ ਲਈ ਆਏ ਸੀ, ਆਹ ਕਿਰਪਾ ਗੁਰੂ ਨਾਨਕ ਸਾਹਿਬ ਬਾਬਾ ਕਰਮ ਸਿੰਘ ਦੇ ਘਰ ਦੀ ਅੱਜ ਗੱਦੀਆਂ ਤੇ ਬੈਠੇ ਆ। ਐਸੀ ਲਾਲ ਤੁਝ ਬਿਨ ਕਬਨ ਕਰੈ ਗਰੀਬਨ ਨਵਾਜ। ਜਥਾ ਹੈ ਕਿ ਨਹੀਂ ਗੁਲਜ਼ਾਰ ਸਿੰਘ, ਉਹਨਾਂ ਨੂੰ ਫੋਨ ਕਰ ਦਿਓ ਕੀਰਤਨ ਕਰੋ ਨਾਲੇ, ਉੱਥੇ ਕੋਈ ਸਿੰਘ ਵੀ ਨਹੀਂ। ਅੱਛਾ, ਪਿੱਛੇ ਦਾ ਵੀ ਖਿਆਲ ਰੱਖਿਆ ਕਰੋ। ਸ਼ੇਰ ਬਿਰਤੀ ਹੁੰਦੀ, ਇੱਕ ਅੱਖ ਨਾਲ ਅੱਗੇ ਦੇਖਦਾ ਹੁੰਦਾ, ਇੱਕ ਨਾਲ ਪਿੱਛੇ। ਤੁਹਾਨੂੰ ਪਤਾ ਤਾਂ ਸੀ ਵੀ ਕਥਾ ਸੁਣਨੀ ਆ। ਚਲੋ ਹੁਣ ਠੀਕ ਹੈ, ਫਿਰ ਇੰਨਾ ਹੀ ਬੜਾ। ਸੋ ਸਾਧ ਸੰਗਤ ਜੀ, ਇਸ ਘਰ ਦੀ ਬਰਕਤ ਆ। ਤੇ ਮਾਈਓ ਤੁਹਾਨੂੰ ਯਕੀਨ ਕਿਉਂ ਨਹੀਂ ਵੱਜਦਾ ਭਾਈਓ, ਤੁਹਾਡੇ ਪਿੰਡ ਦੇ ਦੂਸਰਾ ਸੁਣ ਲਓ, ਬਾਬਾ ਪ੍ਰੇਮ ਸਿੰਘ ਜੀ ਮਹਾਰਾਜ ਮਤਰੇਈ ਕਿਵੇਂ ਕਰਦੀ ਸੀ। ਬਾਬਾ ਬਿਸ਼ਨ ਸਿੰਘ ਬਰਾਲੇ ਵਾਲਿਆਂ ਕੋਲ ਚਲੇ ਗਏ, ਸੰਥਿਆ ਸ਼ੁਰੂ ਕਰਾਈ। ਬਚਪਨ ਸੀ ਥੱਲੇ ਰੱਖ ਕੇ ਨਾ ਖੇਸੀ ਚੌੜੀ ਕਰਕੇ ਫੇਰ ਬਹਾ ਲੈਣਾ ਤਾਬਿਆ, ਪੜਾਇਆ। ਫਿਰ ਉਸ ਸਥਾਨ ਦੀ ਮਹੰਤੀ ਮਿਲੀ। ਜਦੋਂ ਫਿਰ ਸੰਗਤਾਂ ਲੱਗੀਆਂ ਸੇਵਾ ਕਰਨ, ਮਤਰੇਈ ਦੇ ਮਨ 'ਚ ਵੀ ਹੋਇਆ ਕਿ ਮੈਂ ਵੀ ਹੁਣ ਲੰਗਰ ਛਕਾਵਾਂ। ਜਿਹੜੇ ਗਏ ਬਾਬਾ ਧੰਨ ਧੰਨ ਬਾਬਾ ਪ੍ਰੇਮ ਸਿੰਘ ਜੀ ਤੇ ਦਰਸ਼ਨੀ ਦੁਆਰ ਵਿੱਚ ਬਹਿ ਗਏ। ਅੰਦਰ ਪਲੰਗ ਵਿਛਾਇਆ ਹੋਇਆ, ਸੁਗੰਧੀ ਛਿੜਕੀ। ਮਹਾਰਾਜ ਅੰਦਰ ਚਰਨ ਪਾਓ। ਨਹੀਂ ਮਾਤਾ ਜੀ, ਕੁੱਤੇ ਦਾ ਇਹੀ ਸਥਾਨ ਹੁੰਦਾ, ਇੱਥੇ ਬੁਰਕੀ ਪਾ ਦਿਓ। ਪੈਰੋਂ ਮਿੱਟੀ ਨਿਕਲ ਗਈ। ਮੈਂ ਕੀ ਵਰਤਾਅ ਕਰਦੀ ਹੁੰਦੀ ਸੀ ਇਹਦੇ ਨਾਲ। ਇਹ ਦੋ ਸ਼ਖਸੀਅਤਾਂ ਤੁਹਾਡੇ ਇਲਾਕੇ ਦੀਆਂ, ਬਾਬਾ ਮਾਝਾ ਸਿੰਘ, ਬਾਬਾ ਪ੍ਰੇਮ ਸਿੰਘ, ਯਤੀਮਾਂ ਨੂੰ ਕਹਿੰਦੇ ਸੰਤ ਕੀ ਕਰਦੇ ਆ, ਸੰਤ ਆਹ ਕੁਝ ਕਰਕੇ ਦਿਖਾ ਦਿੰਦੇ ਆ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, संत हमारा गहना। संतन स्यों मेरी लेवा देवी, संतन स्यों व्यवहारा। संतन स्यों हम लाहा खाटिया, हर भगत भरे भंडारा। आ कुछ संत कर देंगे है, ये नाम वालियां च बरकत हुंदी है। सो साध संगत जी, फिर महाराज ने कहा जगह का लिपन पोचन करो। तैयारी हो गई। महाराज अंदर चले गए। भी अज असीं समाउणा है, बाकी दुनिया का मरना हुंदा ना। गुरुओं बारे शब्द नहीं, ज्योति जोत समाउणा, क्योंकि जोत स्वरूप सी। आप नारायण कलातार जग में परवरियो, निरंकार आकार जोत जग मंडल करियो। जोत स्वरूप सी। साडे वांगा शरीर नहीं हुंदा पंजां तत्तां दा, हड्डियां मिंज दा। वो शुद्ध सत्वां माया तो दुनिया के भले लिए रचना की हुंदी है, अवतारां दी। हुण महाराज की इन्नी संगत, उत्थे दा जम घटा वज गया। हिंदू सिख कहन संस्कार करना, तुरक कहन असीं दफनाउणा, शास्त्रधारी आ गए। हुण गुरु महाराज ने कहा तो फिर असीं तो सारी जिंदगी जोड़ते रहे, तो साढ़े जानते जे लोग टुट के खून खराबा हो गया, तो फिर कौन चेते करूगा कि गुरु नानक साहब आए सी। शास्त्रधारी बैठे, असीं दफनाउणा, असीं संस्कार करना। बहुत कशमकश वध गई। साढ़े पीर आ, साढ़े गुरु आ। जद नूं महापुरख आ गए, कहते तुसीं आ झंझट पाया, की गल है? अखि आ गल है, असीं दफनाउणा, असीं संस्कार करना। कहते अंदर देख तां लो। जिले देखिया चादरां पईयां ते फुल पाया। सूरज किरण मिलै, जल का जल हुआ राम।
ज्योति ज्योत रली संपूरन थिया राम। ज्यों जल में जल आए खटाना, त्यों ज्योति संग ज्योत समाना। मिट गए गवन पाए विश्राम, नानक प्रभ कै साध कर। अज असी धन धन बाबा करम सिंह जी महाराज होती मरदान वाले महापुरखा ने जो परंपरा चलाई सी, उन्हां दे अस्थानी महापुरख अज तक उस गुरपुरब नूं पाकिस्तान ज़्यादा बंटवारा होया इस स्थान ते मनाउंदे आ रहे हैं। श्रीमान बाबा रोशन सिंह जी जिन्हां दी देख रेख विच सारा प्रोग्राम हो रहा। महापुरख कहण लगे, कहंदे मैं देखना कि मेरी गैर हाज़री च किवें हुंदा। कहंदे साडी गैर हाज़री जिहड़ी ना अनुभव ना होण दिओ, स्पैशल सद्दिया। मैं कहा बाबा जी तुहाडी गैर हाज़री नहीं मालूम होण देंगे, क्योंकि असीं भी गुरु नानक साहब के चरणों च रहिंदे आ, महाराज दा चून भून खाने आ। कहंदे ना वो लेलां दे पिंडों कुत्ता आ गया ते मजनू उहदे पैरां दी मिट्टी मत्थे नूं लाए। कहंदे मजनू पागल तो नहीं हो गया, आ कुत्ते दे पैरां मिट्टी लाई जाना। कहंदे जिथे मेरी प्रेमण आ उस पिंडों आया, उत्थे दी राख लैके आया, मैं तो उहदी राख ला रहा मत्थे नूं, कुत्ते दे पैरां दी नहीं लाउंदा। असीं फिर भी गुरु नानक दे घर दे कुकर आ। कबीर कुकर राम की कुतिया मुतिया मेरो नाओ, गले हमारे जेवरी जै खिंचै तं जाओ। हम कुकर तेरे दरबार, ओ कह आ गया सदन बदन पछा। गुरु नानक दे घर दे कुकर आ, उहदा जस करते हैं, देसां प्रदेसां विचरते हैं कि पातशाही सेवा लेंदे रहो। ये गुरु नानक दे घर दी महिमा। उन्हां अगे अरदास करांगे। उत्थे गुरपुरब मनाया, अरदास कीती, तुहाडे महापुरखां दे चरनां जाना, उत्थे भी बरकत नाल भेजिओ गुरु नानक पातशाह, उन्हां दी बरकत नाल ही रहिंदी है। इस करके लाइव दा प्रोग्राम रखिया सरदार रघुवीर सिंह, इन्हां नूं बड़ा शौक सी, आए इत्थे ते बाबा जी सारा प्रोग्राम देखणगे तो उन्हां दी संतुष्टि होएगी कि मैं बलैत च नहीं बैठा, मकसूदपुर बैठा हाँ। हुण उन्हां दी आत्मा प्रसन्न होएगी। सो इस वास्ते साध संगत जी ये महापुरखा ने एक परचा ही सी, पर गुरु महाराज ने बड़ी किरपा की है कि मेरे ते भी परचा बलैत बड़ा तगड़ा पिया। उत्थे खबर आ गई तुहाडे बड़े भाई साहब ते अकाल चलाना कर गए। उधर संघ च अनाउंसमेंट हुई। मैं क्या इधर गुरु नानक की संगत है, उधर भरा की लाश पई है, संगत नूं गुरु ग्रंथ साहिब हुण पिठ नहीं देनी, अनाउंस हो गई है। परचा सी हुंदी तां बहुत वड्डी गल है, पर साध संग जी महाराज किरपा करे फिर ही इम्तिहानां जो पास हुंदा, महाराज आपे मेहर करते हैं। सो गुरु महाराज ने बड़ी किरपा की है। समागम चढ़दी कला दे विच मनाया गया। तो फुम्मण संग सानू कदी कदी मिलता, जे तो छेती छेती मिले ना फिर नट बोल्ट कस के रखी दे, तो कमियां कुमियां निकल जानियां। क्योंकि संगत में एक बारी तो हिल जुल मच गई सी ना, तो इन्हें ना ही नहीं लिया भी मैं आया कि नहीं आया। जे दस दे भी भाई आए है, उन्होंने कथा करनी है, सुन के जाओ। उदों अनाउंस किया जिले मेरा टाइम से स्टेज पर आंदा, दसो भी किहड़े किहड़े आ रहे हैं। संगत का उत्साह बनया रहिंदा। इत्थे जीरे गए धर्मकोट, उत्थे साढ़े प्यार वाले महापुरख आ बाबा अमरजीत सिंह, वो सैकटरी जी, उसने महाराज वो शब्दावली सत्कार दी वरती। मैं क्या कमाल निकलिया, तो साड़ी संगत का बंदा बाद कमाल कर दिता। पंडित प्रीतम सिंह महाराज भजनगढ़ वाले महाराज ताबिया चौर कर रहे थे, तो हाले भी कईयां सिख धर्म बारे पता नहीं। दूसरे सूबे कोई मद्रास के इलाके के महामंडलेश्वर आए, वो कभी गुरु नानक की संगत च आए ना, सहजधारी सगे, उस तरह वो नगन आ रहे हैं। तो जे असी होंदे तो असी कोई उहो जिहा बदसलूकी करनी, किधर तुरया जाना। पर महापुरख महापुरखे होंदे,
ਉਹਨੇ ਉਹਨਾਂ ਦਾ ਟਾਈਮ ਅਨਾਉਂਸਮੈਂਟ ਕੀਤਾ ਕਿ ਹੁਣ ਮਹਾਮੰਡਲੇਸ਼ਰ ਆਪਣੇ ਪ੍ਰਵਚਨ ਕਰਨਗੇ। ਗੁਰੂ ਮਹਾਰਾਜ ਤੋਂ ਇੱਕ ਹਾਰ ਲੈ ਲਿਆ, ਸਰੋਪਾ ਚੌਰਾ ਕਰਕੇ ਸੀਸ 'ਤੇ ਰੱਖਤਾ, ਹਾਰ ਗਲ 'ਚ ਸਮਾਂ ਅਨਾਉਂਸ ਕਰਤਾ। ਜਿਹੜੇ ਸਿਆਣੇ ਬੰਦੇ ਉਹ ਇਸ਼ਾਰੇ ਨਾਲ ਸਮਝ ਜਾਂਦੇ, ਇੱਕ ਸੈਨਤ ਨੇ ਇੱਕ ਬੈਨਤ ਹੁੰਦਾ। ਅਤੇ ਮਹਾਂਪੁਰਖਾਂ ਨੂੰ ਬੋਲੇ ਮਹਾਮੰਡਲ, ਕਹਿੰਦੇ ਸਾਧ ਸੰਗਤ ਜੀ ਮੈਨੂੰ ਮਾफ़ ਕਰਿਓ, ਮੈਂ ਗੁਰੂ ਨਾਨਕ ਸਾਹਿਬ ਸੰਗਤ ਜੀ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਾ ਸੀ। ਸ਼੍ਰੀਮਾਨ ਪੰਡਿਤ ਪ੍ਰੀਤਮ ਸਿੰਘ ਜੀ ਮਹਾਰਾਜ ਭਜਨਗੜ੍ਹ ਵਾਲਿਆਂ ਤੋਂ ਮੈਂ ਆਪ ਫਰੀਨਿਆ, ਇਤਨੇ ਸੂਝਵਾਨ ਮਹਾਂਪੁਰਖ ਆ ਕਿ ਮੇਰਾ ਸਤਿਕਾਰ ਵੀ ਕਰਤਾ, ਹਾਰ ਪਾ ਕੇ ਸਰੋਪਾ ਰੱਖ ਕੇ ਸਿਰ ਕੱਜਣ ਦਾ ਵੀ ਦੱਸਤਾ ਵੀ ਨੰਗੇ ਸਿਰ ਨਹੀਂ ਆਉਣਾ, ਟਾਈਮ ਵੀ ਅਨਾਉਂਸ ਕਰਤਾ। ਇਹ ਹੁੰਦਾ ਸਿਆਣੇ ਪੁਰਸ਼ਾਂ ਦਾ, ਕਿਉਂਕਿ ਜਿਹੜਾ ਅਖਾੜਾ ਹੁੰਦਾ ਇੱਕ ਵਾਰੀ ਹਿੱਲ ਜਾਏ ਨਾ ਫਿਰ ਇਹਨੂੰ ਬੰਨ੍ਹਣਾ ਬਹੁਤ ਔਖਾ ਹੋ ਜਾਂਦਾ। ਇੱਥੇ ਫਿਰ ਥੋੜ੍ਹਾ ਜਿਹਾ ਗੁਰੂ ਮਹਾਰਾਜ ਦੀ ਓਟ ਲੈ ਕੇ ਕੋਈ ਬਚਨ ਵਿਲਾਸ ਕਰਨੇ ਪੈਂਦੇ ਆ। ਇਹ ਸਾਡੇ ਬੱਚੇ ਆ, ਅਸੀਂ ਇਹਨਾਂ ਨੂੰ ਮੱਤ ਦੇਣੀ ਆ, ਸਾਡਾ ਫਰਜ਼ ਵੀ ਬਣਦਾ। ਜੇ ਨਾ ਕਰੀਏ ਉਹ ਫਿਰ ਗਲਤੀ ਉੱਥੇ ਕੇ ਰਹਿ ਜਾਣੀ। ਇਹਨਾਂ ਦਾ ਧਿਆਨ ਇੱਧਰ ਜ਼ਿਆਦਾ ਰਹਿੰਦਾ ਕਿ ਫਲਾਣੇ ਨੇ ਇੰਨੀ ਮਾਇਆ ਦਿੱਤੀ, ਉਹ ਜਿਨ ਮਾਇਆ ਦੇਤੀ ਹੁਣ ਖੋਣੀ ਤਾਂ ਹੈ ਨਹੀਂ ਕਿਸੇ ਨੇ, ਅਨਾਉਂਸ ਕਰੋ ਚਾਹੇ ਨਾ ਕਰੋ, ਤਾਂ ਦੇ ਗਿਆ। ਇਸ ਵਾਸਤੇ ਹੁਣ ਨਾਮ ਬਾਣੀ ਦੀ ਗੱਲ, ਜਸ ਦੀ ਗੱਲ, ਧੰਨ ਗੁਰੂ ਨਾਨਕ। ਇਸ ਕਰਕੇ ਸਾਧ ਸੰਗਤ ਜੀ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਉਹਨਾਂ ਦਾ ਇੱਕ ਭਜਨ ਸੁਣਾ ਕੇ ਦੀਵਾਨ ਦੀ ਸੰਪੂਰਨਤਾ। ਮੈਂ ਸਮਾਪਤੀ ਨਹੀਂ ਕਦੀ ਵੀ ਕੀਤੀ, ਇਹ ਘਰ ਸਮਾਪਤ ਨਹੀਂ ਹੁੰਦਾ, ਇਹ ਸੰਪੂਰਨ ਦਾ ਘਰ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਜੰਮੂ ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ ਭਗੰਦਰ ਦਾ ਰੋਗ ਹੋ ਗਿਆ। ਹੁਣ ਡਾਕਟਰਾਂ ਦੀ ਕਮੀ ਨਹੀਂ ਹੁੰਦੀ, ਵੈਦਾਂ ਹਕੀਮਾਂ ਦੀ, ਰਾਜੇ ਲੋਕਾਂ ਕੋ। ਹਾਰ ਆਂਭ ਕੇ ਫਿਰ ਆਇਆ ਸੰਤਾਂ ਕੋ, ਕਹਿੰਦੇ ਮਹਾਰਾਜ ਰਾਜਾ ਪ੍ਰਤਾਪ ਸਿੰਘ ਆਇਆ। ਅਤੇ ਮਹਾਂਪੁਰਖ ਕਹਿੰਦੇ ਆਪਣਾ ਰਾਜਾ ਨਾਲ ਕੀ ਮਤਲਬ, ਅਸੀਂ ਤਾਂ ਫਕੀਰ ਲੋਕ ਹਾਂ। ਕਹਿੰਦੇ ਮਹਾਰਾਜ ਦਾਸ ਬਣ ਕੇ ਆ ਦੁਖੀ, ਸੰਗਤ ਦੇ ਜੋੜੇ ਝਾੜ। ਸੰਗਤ ਨੇ ਬੇਨਤੀ ਕੀਤੀ, ਫਿਰ ਇਜਾਜ਼ਤ ਮਿਲੀ, ਫਿਰ ਦੱਸਿਆ ਆਪਣਾ ਦੁੱਖ। ਮਹਾਂਪੁਰਖ ਕਹਿੰਦੇ ਉੱਥੇ ਚੌਂਕੀ ਡਾਹ ਕੇ, ਪੋਹ ਮਾਘ ਦਾ ਮਹੀਨਾ ਸੀ, 101 ਗਾਗਰ ਠੰਡੇ ਜਲ ਨਾਲ ਇਸ਼ਨਾਨ ਕਰਾਓ, ਬਾਅਦ ਵਿੱਚ ਦਹੀਂ ਮਿਸਰੀ ਪਾ ਕੇ ਖਿਲਾਓ, ਔਰ ਮੂਲੀ ਜਿਹੜੀ ਚਾਂਦੀ ਚਾਨਣੀ 'ਚ ਰੱਖੀ ਹੋਵੇ, ਠੰਡੀ ਬਹੁਤ ਹੋ ਜਾਂਦੀ ਨਾ, ਉਹ ਖਿਲਾਓ। ਕਹਿੰਦੇ ਨਹੀਂ ਮਰਿਆ ਤਾਂ ਵੀ ਮਾਰਨਗੇ। ਕਹਿੰਦੇ ਹੁਣ ਤਾਂ ਹੁਕਮ ਹੋ ਗਿਆ। ਜ਼ਿਲ੍ਹੇ 21 ਗਾਗਰਾਂ ਪਾਈਆਂ, ਕਹਿੰਦਾ ਮੈਨੂੰ ਗਰਮੀ ਬੜੀ ਲੱਗਦੀ, ਦਹੀਂ ਦਿਓ। ਕਹਿੰਦੇ ਹੁਣ ਤਾਂ ਪੂਰੀਆਂ ਕਰਕੇ ਹੀ ਛੱਡਾਂਗੇ। ਅਤੇ ਸਿੰਘ ਵੀ ਤਿਆਰ ਪਰ ਤਿਆਰ ਸੀਗੇ, ਕੱਚੇ ਪੱਲੇ ਥੋੜ੍ਹੀ ਸੀ ਰਾਜੀ। ਫਿਰ ਕਹਿੰਦਾ ਮਹਾਰਾਜ ਰਾਜ ਦਾ ਵਾਰਸ ਕੋਈ ਨਹੀਂ, ਪੁੱਤਰ ਦੀ ਦਾਤ ਵੀ ਮਿਲੀ। ਇਸ ਤਰ੍ਹਾਂ ਇੱਕ ਹੋਰ ਸਰਦਾਰ ਸੀ, ਉਹਦੀ ਨੂੰਹ ਹੋ ਗਈ ਬਿਮਾਰ, ਅਤੇ ਉਹਦੀ ਮਾਂ ਵੀ ਆਈ ਹੋਈ ਸੀ। ਉਹ ਵੀ ਬਾਬਾ ਜੀ ਨੇ ਕਿਤੇ ਇਹੋ ਜਿਹਾ ਬਚਨ ਕਰਤਾ, ਉਹ ਕਹਿੰਦੀ ਮੇਰੀ ਕੁੜੀ ਨੂੰ ਮੇਰੇ ਸਾਹਮਣੇ ਨਾ ਮਾਰੋ, ਮੈਨੂੰ ਹੁਣ ਜਾ ਲੈਣ ਦਿਓ ਆਪਣੇ ਪਿੰਡ ਨੂੰ, ਮੇਰੇ ਤੋਂ ਮਰਦੀ ਨਹੀਂ ਦੇਖ ਹੋਣੀ। ਉਹਨਾਂ ਤਾਂ ਦਹੀਂ ਤੇ ਮੂਲੀ ਖਿਲਾਤੀ, ਉਹ ਕੁੜੀ ਹੋ ਗਈ ਰਾਜੀ। ਕਹਿੰਦੇ ਤੂੰ ਤਾਂ ਦੌੜ ਗਈ, ਮੇਰੀ ਕੁੜੀ ਮਰ ਜਾਊਗੀ, ਤੇ ਕੁੜੀ ਤਾਂ ਤੇਰੀ ਰਾਜੀ ਆ। ਫਿਰ ਉਹ ਧੰਨ ਧੰਨ ਬਾਬਾ ਕਰਮ ਸਿੰਘ ਦੇ ਚਰਨਾਂ 'ਚ ਗਈ, ਕਿਉਂਕਿ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣ। ਇਸ ਕਰਕੇ ਪਿਆਰਿਓ, ਇਹ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਭਾਈ ਤਰਲੋਕ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਸਰਜੀਤ ਸਿੰਘ, ਭਾਈ ਚਮਕੌਰ ਸਿੰਘ, ਕਸ਼ਮੀਰ ਸਿੰਘ, ਮਿੰਟੂ ਮੇਰੇ ਕੋਲ ਹੀ ਹੈ, ਅਤੇ ਬਾਕੀ ਜਿੰਨੇ ਸੇਵਾਦਾਰ ਆ, ਡੇਰੇ ਨਾਲ ਸੰਬੰਧਿਤ ਪਿੰਡਾਂ ਦੇ ਸਰਪੰਚ ਪੰਚ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮਾਈ ਭਾਈ, ਜੋੜਿਆਂ ਦੀ ਸੇਵਾ, ਕਾਰ ਪਾਰਕਿੰਗ, ਸਕੂਟਰਾਂ ਦੀ ਸੰਭਾਲ, ਲੰਗਰਾਂ ਦੀ, ਔਰ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਸਮੁੱਚੇ ਰੂਪ 'ਚ, ਜਿੰਨੀ ਬਾਹਰੋਂ ਸੰਗਤ ਜਲੰਧਰੋਂ ਆਈ ਹੈ, ਪਟਿਆਲੋਂ ਆਈ ਹੈ, ਦਿੱਲੀ ਆਈ ਹੈ, ਮੇਰਠ ਆਈ ਹੈ, ਜਾਂ ਜਿੱਥੋਂ ਦੇਸ਼ ਪ੍ਰਦੇਸ਼ ਤੋਂ ਆਈ ਹੈ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਦੀ ਚੜ੍ਹਦੀ ਕਲਾ, ਏਕਤਾ ਇਤਫਾਕ ਬਖਸ਼ਿਸ਼ ਕਰਨ। ਅੱਜ ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾ ਰਹੇ ਹੋ, ਉਹਨਾਂ ਦਾ 550 ਸਾਲਾ ਨਨਕਾਣਾ ਸਾਹਿਬ, ਤੁਹਾਡੇ ਹੀ ਜ਼ਿਲ੍ਹੇ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਰ ਸਾਹਿਬ। ਆ ਹੁਣ ਗੁਰਪੁਰਬ ਆਉਣਾ 2018 8 ਮਘਰ ਦਾ, ਅਗਲਾ ਨਵੰਬਰ 'ਚ ਆ 2019
550 ਸਾਲ ਮਹਾਰਾਜ ਨੂੰ ਅਵਤਾਰ ਧਾਰਿਆਂ ਹੋਏ ਹੈ। ਦੇਸਾਂ ਦੇ ਪ੍ਰਦੇਸਾਂ 'ਚ ਵੀ ਸੰਗਤਾਂ 'ਚ ਬੜਾ ਉਤਸ਼ਾਹ ਆ। ਮੈਨੂੰ ਸਮਾਂ ਘੱਟ ਮਿਲਿਆ ਕਿ ਬਲੈਤ ਦੀਆਂ, ਯੂਰਪ ਦੀਆਂ, ਅਮਰੀਕਾ, ਕੈਨੇਡਾ ਦੀਆਂ ਸੰਗਤਾਂ ਨਾਲ ਸੰਪਰਕ ਕਰਨਾ ਸੀ ਕਿ ਸਾਰੇ ਨਹੀਂ ਆ ਸਕਣਗੇ। ਆਪੋ ਆਪਣੇ ਗੁਰਦੁਆਰਿਆਂ ਤੁਸੀਂ ਸਾਰਿਆਂ ਨੇ ਮਨਾਉਣੇ ਆ। ਉੱਥੇ ਇੱਕ ਐਸਾ ਪ੍ਰਬੰਧਕੀ ਬੋਰਡ ਬਣੇ। ਭਾਈ ਰਘਵੀਰ ਸਿੰਘ ਤੁਸੀਂ ਇਹ ਗੱਲ ਉੱਧਰ ਕਰੋ, ਇੰਗਲੈਂਡ 'ਚ ਵੀ ਸਾਂਝੇ ਰੂਪ 'ਚ ਮਹਾਰਾਜ ਦਾ ਗੁਰਪੁਰਬ ਇੱਕ ਜਗ੍ਹਾ ਮੰਨੇ। ਜੇ ਇਕੱਲੇ ਤਾਂ ਅੱਗੇ ਵੀ ਮਨਾਉਂਦੇ ਆ, ਸਾਂਝੇ ਮੰਨਾਂਗੇ ਤੇ ਸਿੰਘਾਂ ਦਾ ਇਕੱਠ ਹੋਏਗਾ। ਉੱਥੇ ਦੀਆਂ ਸਰਕਾਰਾਂ ਦੇ ਜ਼ਿੰਮੇਵਾਰ ਬੰਦੇ ਵੀ ਆਉਣ, ਦੇਖਣ ਪਏ ਹਾਂ ਬਈ ਸਿੱਖਾਂ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ, ਕਿੰਨੀ ਸ਼ਰਧਾ ਭਗਤੀ ਹੈ। ਇਹ ਬੇਨਤੀ ਇੱਥੋਂ ਕਰਤੀ ਕਿਉਂਕਿ ਮੈਨੂੰ ਵਿੱਚੇ ਪ੍ਰੋਗਰਾਮ ਛੱਡ ਕੇ ਆਉਣਾ ਪਿਆ। ਨਹੀਂ ਪਹਿਲਾਂ ਮੈਂ ਮਿਲਣਾ ਸੀ ਸਾਰੀਆਂ ਕਮੇਟੀਆਂ ਨੂੰ, ਉਹਨਾਂ ਦੀ ਸਾਂਝੀ ਕਮੇਟੀ ਬਣਾਉਣੀ ਸੀ ਗੁਰਪੁਰਬ ਵਾਸਤੇ। ਯੂਰਪ ਵਿੱਚ ਵੀ, ਅਮਰੀਕਾ, ਕੈਨੇਡਾ, ਜਿੰਨੇ ਵੀ ਦੇਸ਼ ਆ, ਇਹਨਾਂ ਦੇਸ਼ਾਂ 'ਚ ਵੀ ਜਿਹੜੀ ਸੰਗਤ ਇੱਥੇ ਹਾਜ਼ਰੀ ਭਰੇ ਮਹਾਰਾਜ ਮਿਹਰ ਕਰਨਗੇ। ਅਤੇ ਬਾਕੀ ਭਾਈ ਸਰਕਾਰਾਂ ਵੀ ਧਿਆਨ ਦੇਣ। ਹਾਲੇ ਤਾਂ ਗੋੜੇ 'ਚੋਂ ਪੂਣੀ ਕਿਸੇ ਨੇ ਕੱਤੀ ਨਹੀਂ ਵੀ ਵੇਖੋ ਕੀ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਜਿਹੜੇ ਸੰਤ ਆ ਉਹ ਜ਼ਰੂਰ ਕਰ ਰਹੇ ਆ। ਬਾਬਾ ਜਗਤਾਰ ਸਿੰਘ ਭੂਰੀ ਵਾਲੇ ਮਹਾਂਪੁਰਖ ਸਰਾਵਾਂ, ਪਾਰਕਾਂ, ਗੇਟਾਂ ਦੀ ਸੇਵਾ ਬੜੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਕੱਲ੍ਹ ਵੀ ਸਰਾਂ ਦੀ 4ਥੀ ਮੰਜ਼ਿਲ ਦਾ ਲੈਂਟਰ ਪਿਆ। ਸੰਗਤਾਂ ਦਾ ਇੰਨਾ ਇਕੱਠ ਸੀ ਕੋਈ ਹਿਸਾਬ ਨਹੀਂ। ਇਸ ਇਲਾਕੇ 'ਚੋਂ ਵੀ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਆ, ਇੰਨੀ ਕੁ ਹਿੰਮਤ ਕਰਿਆ ਕਰੋ ਮਾਈ ਭਾਈ ਨੂੰ, ਭਾਵੇਂ ਹਫ਼ਤੇ ਪਿੱਛੋਂ, ਮਹੀਨੇ ਪਿੱਛੋਂ। ਗੁਰੂ ਨਾਨਕ ਸਾਹਿਬ ਨੂੰ ਆਪਾਂ ਸਾਰੇ ਮੰਨਦੇ ਹਾਂ। 550 ਸਾਲਾ ਉੱਥੇ ਜਾ ਕੇ ਹੱਥੀਂ ਸੇਵਾ ਵੀ ਕਰਿਆ ਕਰੋ, ਤਨ ਮਨ ਧਨ ਨਾਲ, ਕਿਉਂਕਿ ਉਹਨਾਂ ਮਹਾਂਪੁਰਖਾਂ ਕੋਈ ਜਗੀਰਾਂ ਤੋਂ ਕੋਈ ਹੈ ਨਹੀਂ। ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ ਹੀ ਉਹ ਜਿਹੜੇ ਕੰਮ ਕਰਦੇ ਆ, ਵਿਸ਼ਵਕਰਮੇ ਆ। ਬਾਬਾ ਜਗਤਾਰ ਸਿੰਘ ਭੂਰੀ ਵਾਲੇ ਮਹਾਂਪੁਰਖ ਇਸ ਵਾਸਤੇ ਸਾਰੀਆਂ ਸੰਗਤਾਂ ਗੱਜ ਵੱਜ ਕੇ ਉੱਥੇ ਵੀ ਜਾ ਕੇ ਹੱਥੀਂ ਸੇਵਾ ਵੀ ਜ਼ਰੂਰ ਕਰਿਆ ਕਰੋ। ਇਹ ਭਾਗਾਂ ਨਾਲ ਸਮਾਂ ਮਿਲਦਾ ਹੈ। ਧ੍ਰਿਗ ਸੇਵਾ ਵਿਨ ਹੱਥ ਪੈਰ ਹੋਰ ਨਿਫਲ ਸਭ ਕਰਨ। ਜਿੰਨੇ ਡੇਰਿਆਂ ਵਾਲੇ ਸੰਤ ਇਸ ਇਲਾਕੇ 'ਚ, ਇਹਨਾਂ ਦਾ ਵੀ ਫਰਜ਼ ਹੈ ਕਿ ਉਹ ਸੰਗਤ ਨੂੰ ਜੇ ਕਹਿੰਦੇ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਪੁਜਾਰੀ ਹਾਂ ਅਤੇ ਮਹਾਰਾਜ ਗੁਰਪੁਰਬ ਆ, ਉੱਥੇ ਇਹ ਨਹੀਂ ਵੀ ਮੱਥਾ ਟੇਕ ਕੇ ਆ ਗਏ। ਉੱਥੇ ਜਾ ਕੇ ਸੰਗਤ ਨੂੰ ਲਿਜਾਓ। ਜਿਹੜੀ ਸੰਗਤ ਟੋਕਰੀ ਵੀ ਢੋਵੇ, ਕਈ ਕੁਹਾੜੇ ਦਾ ਵੀ ਕੰਮ ਕਰੇ ਸੇਵਾ। ਜਿੰਨੇ ਵੀ ਇਸ ਇਲਾਕੇ 'ਚ ਮਹਾਂਪੁਰਖ ਆ ਉਹ ਵੀ ਜ਼ਰੂਰ ਮਹਾਂਪੁਰਖਾਂ ਦੇ ਨਾਲ ਸੇਵਾ ਵਿੱਚ ਹੱਥ ਪਟਾਉਣ। ਇਹਦੇ ਨਾਲ ਤੁਹਾਡੀ ਹੋਰ ਸੋਭਾ ਵਡਿਆਈ ਵਧੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਤੇ ਦੀਵਾਨ ਦੀ ਸੰਪੂਰਨਤਾ 'ਤੇ ਸ਼੍ਰੀਮਾਨ ਸੰਤ ਬਾਬਾ ਰੋਸ਼ਨ ਸਿੰਘ ਜੀ ਔਰ ਉਹਨਾਂ ਦੇ ਸਾਰੇ ਸੇਵਾਦਾਰ, ਚਾਹੇ ਗ੍ਰਸਤੀ ਜਾਂ ਵਿਹੰਗਮ, ਤੁਸੀਂ ਰਲ ਮਿਲ ਕੇ ਮਹਾਂਪੁਰਖਾਂ ਦੀ ਗੈਰ ਹਾਜ਼ਰੀ 'ਚ ਉਹਨਾਂ ਨੂੰ ਹਾਜ਼ਰ ਸਮਝ ਕੇ ਧੰਨ ਗੁਰੂ ਗ੍ਰੰਥ ਸਾਹਿਬ 'ਤੇ ਆਪ ਪ੍ਰਤੱਖ ਬਿਰਾਜਮਾਨ ਆ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਨੇ ਪਰੰਪਰਾ ਚਲਾਈ, ਚੜ੍ਹਦੀ ਕਲਾ 'ਚ ਗੁਰਪੁਰਬ ਮਨਾਇਆ। ਆਪ ਸਾਰੀ ਸੰਗਤ ਦਾ ਸਮੁੱਚੇ ਰੂਪ ਬਹੁਤ ਬਹੁਤ ਧੰਨਵਾਦ ਹੈ। ਔਰ ਭਾਈ ਸਾਹਿਬ ਭਾਈ ਰਘਵੀਰ ਸਿੰਘ ਦਾ, ਜਿਹਨੇ ਬਲੈਤ ਤੋਂ ਆ ਕੇ ਇਹ ਸਾਰਾ ਪ੍ਰੋਗਰਾਮ ਲਾਈਵ 'ਤੇ ਔਰ ਸਾਰੇ ਪ੍ਰਦੇਸ਼ ਦੀਆਂ, ਦੇਸ਼ ਦੀਆਂ ਸੰਗਤਾਂ ਨੂੰ ਪ੍ਰਤੱਖ ਦਿਖਾ ਦਿੱਤਾ। ਕਹਿ ਵੇ ਕੋਈ ਸੋਭਾ ਨਹੀਂ, ਦੇਖਾ ਹੀ ਪਰਵਾਨ। ਇਸ ਵਾਸਤੇ ਇਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਮਹਾਂਪੁਰਖਾਂ ਨੂੰ ਦੇ ਅਰੋਗਤਾ, ਤੰਦਰੁਸਤੀ, ਸਾਰੇ ਸੇਵਾਦਾਰਾਂ 'ਚ ਆਪਸ ਵਿੱਚ ਪ੍ਰੇਮ, ਪਿਆਰ, ਸ਼ਰਧਾ, ਭਗਤੀ। ਕਿਉਂਕਿ ਜੇ ਰਲ ਕੇ ਚੱਲੋਗੇ ਤਾਂ ਬਰਕਤ ਆ। ਦੇਖੋ ਉਹੀ ਕੱਚਾ ਗਲੋਟਾ ਰੂੰ ਹੁੰਦਾ ਨਾ, ਸੂਤ ਬਣਾ ਲਈਏ, ਉਵੇਂ ਤੋੜੀ ਤਾਂ ਐਵੇਂ ਟੁੱਟ ਜਾਂਦਾ ਗਲੋਟੇ ਦਾ। ਅਤੇ ਜੇ ਉਹਦਾ ਰੱਸਾ ਵੱਟ ਲਈ, ਹਾਥੀਆਂ ਨੂੰ ਵੀ ਬੰਨ੍ਹ ਲੈਂਦਾ। ਜੂਨਟੀ 'ਚ ਸਰਵਾੜ ਦੇ ਤੀਲੇ ਆ, ਇਕੱਲੇ ਤਾਂ ਕੁਛ ਨਹੀਂ। ਜੇ ਛੱਪਰ ਬੰਨ੍ਹ ਲਈਏ, ਗਰੀਬ ਦਾ ਘਰ ਬਣ ਜਾਂਦਾ, ਉਹਨੂੰ ਸੁੱਖ ਦਾ ਸਥਾਨ ਬਣ ਜਾਂਦਾ। ਇਸ ਕਰਕੇ ਰਲ ਮਿਲ ਕੇ ਚੱਲਣ ਦੇ ਵਿੱਚ ਬੜੀ ਬਰਕਤ ਹੁੰਦੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵਾ ਜੋੜੀ, ਗੁਰਮੁਖ ਵੈਸੋ ਹੋ ਸਭਾ ਵਿੱਚ। ਅਤੇ ਜਿਹੜੀ ਸੰਗਤ ਨੇ ਚੌਂਕੜੇ ਮਾਰ ਕੇ ਕਥਾ ਸੁਣੀ ਹੈ, ਅੱਜ ਦੀ ਕਥਾ ਦਾ ਇਹ ਮਹਾਤਮ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਆਪਣੇ ਘਰ 'ਚੋਂ ਤੁਹਾਨੂੰ ਜ਼ਰੂਰ ਬਰਕਤ ਦੇਣਗੇ। ਜੋ ਮੰਗ ਹੈ ਠਾਕਰ ਆਪਣੇ 'ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ 'ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਹੁਣ ਆ ਇੱਕ ਧਾਰਨਾ ਪੜ੍ਹਿਓ ਗੱਜ ਕੇ
ਕਿਸੇ ਦੀ ਰਸਨਾ ਰਹਿ ਨਾ ਜਾਏ। ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਬੋਲੋ ਮਾਈਓ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਅੱਜ ਇਥੋਂ ਸੋਝੀ ਲੈ ਕੇ ਜਾਇਓ। ਇਹ ਜਾਗੇ ਹੋਇਆਂ ਦਾ ਘਰ ਆ। ਉੱਠ ਜਾਗ ਘਰਾੜੇ ਮਾਰ, ਨਹੀਂ ਸੌਣ ਤੇਰੇ ਦਰਕਾਰ ਨਹੀਂ।